हाँ जी, गुड मॉर्निंग ऑल। डिपार्टमेंट ऑफ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਪੰਜਾਬ ਵੱਲੋਂ ਮੈਂ ਆਪ ਸਭ ਦਾ ਅੱਜ ਦੇ ਆਪਣੇ ਸੈਸ਼ਨ ਵਿੱਚ ਸਵਾਗਤ ਕਰਦੀ ਹਾਂ ਤੇ ਨਾਲ ਹੀ ਤੁਹਾਨੂੰ ਸਾਰਿਆਂ ਨੂੰ ਇੱਕ ਸਾਡੇ ਤਿਉਹਾਰ ਹੈ ਜਿਹੜਾ ਸਾਡਾ ਸੁਸਾਇਟੀ ਦਾ ਰੱਖੜੀ ਉਹਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੀ ਹਾਂ। ਤੇ ਮੇਰਾ ਅੱਜ ਦਾ ਟੌਪਿਕ ਹੈ ਡ੍ਰੇਪਿੰਗ, ਜੋ ਕਿ ਫੈਸ਼ਨ ਡਿਜ਼ਾਈਨ ਟੈਕਨੋਲੋਜੀ ਟ੍ਰੇਡ ਦੇ ਨਾਲ ਰਿਲੇਟਡ ਹੈ। ਤਾਂ ਆਓ ਅਸੀਂ ਗੱਲ ਕਰਦੇ ਹਾਂ ਅੱਜ ਦੇ ਟੌਪਿਕ ਬਾਰੇ। ਮੈਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਅਗੰਮਪੁਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਐਜ਼ ਅ ਸਿੰਗ ਟੈਕਨੋਲੋਜੀ ਇੰਸਟ੍ਰਕਟਰ ਕੰਮ ਕਰਦੀ ਹਾਂ। ਮੇਰੀ ਸੰਸਥਾ ਵਿੱਚ ਚੱਲਣ ਵਾਲੀਆਂ ਟ੍ਰੇਡਾਂ ਹਨ ਟੀਚਰ ਟ੍ਰੇਨਿੰਗ ਕੋਰਸ, ਪੰਜਾਬੀ ਸਟੈਨੋਗ੍ਰਾਫੀ, ਸਵਿੰਗ ਟੈਕਨੋਲੋਜੀ, SOT एम्ब्रॉयडरी, कोपा, प्लंबर, पेंटर, इलैक्ट्रीशियन एंड डीजल मैकेनिक। इन्हां सारियां ट्रेडां विच एडमिशन लेन दे रिगार्डिंग ਲਈ ਤੁਸੀਂ ਸਕਰੀਨ ਤੇ ਦਿੱਤੇ ਗਏ ਨੰਬਰ ਸਾਡੇ ਮਾਨਯੋਗ ਪ੍ਰਿੰਸੀਪਲ ਸਾਹਿਬ ਵਿੱਚ ਮਿਸਟਰ ਓਮ ਪ੍ਰਕਾਸ਼ ਜੀ ਨਾਲ ਕੰਟੈਕਟ ਕਰ ਸਕਦੇ ਹੋ। ਮੇਰਾ ਅੱਜ ਦਾ ਟੌਪਿਕ ਹੈ ਡ੍ਰਿਪਿੰਗ, ਜਿਸ ਬਾਰੇ ਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋਵੋਗੇ। ਡ੍ਰੇਪਿੰਗ ਕੀ ਚੀਜ਼ ਹੈ? ਡ੍ਰੇਪਿੰਗ ਇੱਕ ਐਸੀ ਕਲਾ ਹੈ ਜਿਸ ਦੇ ਨਾਲ ਅਸੀਂ ਡਰੈਸ ਫਾਰਮ ਜਿਹੜੀਆਂ ਡੰਮੀਜ਼ ਹੁੰਦੀਆਂ ਉਸ ਨੂੰ ਡੰਮੀ ਦੇ ਉੱਤੇ ਡਾਇਰੈਕਟਲੀ ਲਗਾ ਕੇ 3-ਵੇ ਡਾਇਮੈਂਸ਼ਨਸ ਦੇ ਨਾਲ ਕੱਪੜੇ ਦੀ ਡ੍ਰੇਪਿੰਗ ਕਰਦੇ ਹਾਂ। ਭਾਵ ਕਿ ਇਹ ਡਿਸਾਈਡ ਕਰਦੇ ਹਾਂ ਕਿ ਕੱਪੜੇ ਦੀ ਜਿਹੜੀ ਡਿਜ਼ਾਈਨਿੰਗ ਕਰਨੀ ਆ ਉਹ ਕਿਹੋ ਜਿਹੀ ਹੋਏਗੀ ਵਿਦਆਊਟ ਮੇਕਿੰਗ ਐਨੀ ਡਰਾਫਟ। ਸਭ ਤੋਂ ਪਹਿਲਾਂ ਅਸੀਂ ਜਿਹੜੀ ਡਰੈਸ ਫਾਰਮ ਡੰਮੀਜ਼ ਹੁੰਦੀਆਂ ਉਸ ਦੇ ਉੱਤੇ ਕੱਪੜੇ ਨੂੰ ਡਾਇਰੈਕਟਲੀ ਪਿਨ ਅਪ ਕਰਕੇ ਜਿਸ ਤਰ੍ਹਾਂ ਦਾ ਅਸੀਂ ਡਿਜ਼ਾਈਨ ਸੋਚਿਆ, ਜੋ ਸਾਡੇ ਮਾਈਂਡ ਵਿੱਚ ਡਿਜ਼ਾਈਨ ਚੱਲ ਰਿਹਾ, ਉਸ ਤਰ੍ਹਾਂ ਦੀ ਡਿਜ਼ਾਈਨਿੰਗ ਨੂੰ ਅਸੀਂ ਪਿਨ ਅਪ ਕਰਕੇ ਉਹਨੂੰ ਡਿਜ਼ਾਈਨਿੰਗ ਦੇ ਰੂਪ ਵਿੱਚ ਤਿਆਰ ਕਰਦੇ ਹਾਂ। It is the most creative way for a designer to turn design ideas into reality. ਇਹ ਬਹੁਤ ਜ਼ਿਆਦਾ ਕ੍ਰੀਏਟਿਵ ਵੇ ਹੁੰਦਾ ਹੈ ਡਿਜ਼ਾਈਨਰ ਵਾਸਤੇ ਆਪਣੇ ਡਿਜ਼ਾਈਨ ਆਈਡੀਆਜ਼ ਨੂੰ ਰਿਐਲਿਟੀ ਦੇ ਵਿੱਚ ਲਿਆਉਣ ਵਾਸਤੇ। ਜਿਸ ਤਰ੍ਹਾਂ ਦੀ ਉਹਨੇ ਸੋਚੀ ਹੁੰਦੀ ਹੈ ਉਹਨੂੰ ਅਸੀਂ ਪ੍ਰੈਕਟੀਕਲ ਰੂਪ ਵਿੱਚ ਉਹਨੂੰ ਅਸੀਂ ਅਮਲੀ ਜਾਮਾ ਕਿਵੇਂ ਪਹਿਨਾਣਾ ਉਹ ਅਸੀਂ ਡ੍ਰੇਪਿੰਗ ਦੇ ਥਰੂ ਕਰ ਸਕਦੇ ਹਾਂ। ਜਿਵੇਂ ਕਿ ਸਲਾਈਡ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਡਰੈਸਿਸ ਦੇਖ ਰਹੇ ਹੋ, ਜਿਸ ਤਰ੍ਹਾਂ ਕਿ ਕਈਆਂ ਦੇ ਵਿੱਚ ਨੀਚੇ ਫ੍ਰਿਲਿੰਗ ਕੀਤੀ ਹੋਈ ਹੈ, ਕਈਆਂ ਦੇ ਵਿੱਚ ਹੈਂਕੀ ਸ਼ੇਪ ਦਿੱਤੀ ਹੋਈ ਹੈ ਡਰੈਸ ਵਿੱਚ, ਔਰ ਉੱਪਰੋਂ ਸੇਲਰ ਕਾਲਰ ਟਾਈਪ ਸ਼ੇਪ ਬਣਾਈ ਹੋਈ ਹੈ, ਔਰ ਜਿਸ ਤਰ੍ਹਾਂ ਦੇ ਵੀ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਹੈ। ਇਹ ਸਾਰੇ ਡਿਜ਼ਾਈਨ ਡ੍ਰੇਪਿੰਗ ਦੇ ਨਾਲ ਹੀ ਪੋਸੀਬਲ ਹੋ ਸਕਦੇ ਆ। ਇਹਨਾਂ ਡਿਜ਼ਾਈਨਸ ਨੂੰ ਬਣਾਉਣ ਦੇ ਲਈ ਡਰਾਫਟਿੰਗ ਦੀ ਜ਼ਰੂਰਤ ਨਹੀਂ ਪੈਂਦੀ। ਡਾਇਰੈਕਟਲੀ ਅਸੀਂ ਜਿਹੜੀਆਂ ਡਰੈਸ ਫਾਰਮ ਡੰਮੀਜ਼ ਹੁੰਦੀਆਂ ਉਹਨਾਂ ਦੇ ਕੱਪੜੇ ਨੂੰ ਪਿਨ ਅਪ ਕਰਕੇ ਪ੍ਰਾਇਮਰੀ ਤੌਰ ਤੇ ਤਾਂ ਅਸੀਂ ਉਸਨੂੰ ਡਰੈਸ ਨੂੰ ਬਣਾਉਣ ਵਾਸਤੇ ਅੱਗੇ ਇੱਕ ਸਟੈਪ ਆਪਾਂ ਲੈ ਸਕਦੇ ਹਾਂ। ਹੁਣ ਅਸੀਂ ਗੱਲ ਕਰਦੇ ਹਾਂ ਵਾਟ ਇਜ਼ ਫੈਸ਼ਨ ਡ੍ਰੇਪਿੰਗ। ਫੈਸ਼ਨ ਦੇ ਵਿੱਚ ਡ੍ਰੇਪਿੰਗ ਕੀ ਹੁੰਦੀ ਹੈ? Fashion draping is the oldest method used since the 18th century. Fashion draping एक बहुत पुराना तरीका हैगा, बहुत पुराना मैथड हैगा ਜਿਹੜਾ ਕਿ 18ਵੀਂ ਸਦੀ ਤੋਂ ਯੂਜ਼ ਕੀਤਾ ਜਾਂਦਾ ਹੈ। Currently, it is considered to be an important part in fashion designing. ਅੱਜ ਕੱਲ ਇਹ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ। Many types and sizes of dress forms for women, men and children are made to fulfill the requirement. ਕਈ ਤਰ੍ਹਾਂ ਦੇ ਸਾਈਜ਼ਸ ਵਿੱਚ ਜਿਹੜੀਆਂ ਡਰੈਸ ਫਾਰਮ ਡੰਮੀਜ਼ ਹੁੰਦੀਆਂ ਜਿਵੇਂ ਕਿ ਉਹ ਵੂਮਨ ਵਾਸਤੇ ਯੂਜ਼ ਕੀਤੀਆਂ ਜਾਂਦੀਆਂ, ਔਰਤਾਂ ਵਾਸਤੇ, ਆਦਮੀਆਂ ਵਾਸਤੇ ਤੇ ਬੱਚਿਆਂ ਵਾਸਤੇ ਅਲੱਗ-ਅਲੱਗ ਤਰ੍ਹਾਂ ਦੀਆਂ ਡਰੈਸ ਫਾਰਮ ਡੰਮੀਜ਼ ਆਉਂਦੀਆਂ ਜਿਹੜੀਆਂ ਕਿ ਜਿਸ ਤਰ੍ਹਾਂ ਦੀ ਸਾਨੂੰ ਜ਼ਰੂਰਤ ਹੁੰਦੀ ਹੈ ਉਸ ਤਰ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦੀਆਂ ਹਨ। Fashion draping is an important part of fashion design. Fashion draping ਜਿਹੜੀ fashion design ਦਾ ਇੱਕ ਬਹੁਤ ਮਹੱਤਵਪੂਰਨ ਭਾਗ ਹੈ। Draping for fashion design is the process of positioning and pinning fabric on a dress form dummy to develop the structure of a garment design. Draping ਹੈ ਜਿਹੜਾ fashion designing ਵਾਸਤੇ ਕਿਸ ਤਰ੍ਹਾਂ ਦਾ ਪ੍ਰੋਸੈਸ ਹੈ ਜਿਸ ਵਿੱਚ ਕਿ ਅਸੀਂ ਕੱਪੜੇ ਦੀ ਪੋਜੀਸ਼ਨ ਤੇ ਕੱਪੜੇ ਨੂੰ ਪਿਨ ਅਪ ਕਰਦੇ ਹਾਂ ਡਰੈਸ ਫਾਰਮ ਡੰਮੀ ਦੇ ਉੱਤੇ
गारमेंट का डिजाइन बनाने वास्ते जिस तरह का भी असी डिजाइन सोचा हुंदा है उस तरह के गारमेंट का डिजाइन ओदा स्ट्रक्चर बनाने वास्ते ड्रिपिंग की जाती है। A garment can be draped using a design sketch as a basis। ਜਿਹੜਾ garment है ਉਹਨੂੰ ਬਣਾਉਣ ਲਈ sketch ਨੂੰ ਅਸੀਂ base ਬਣਾਉਂਦੇ ਹਾਂ। ਸਭ ਤੋਂ ਪਹਿਲਾਂ ਜਦੋਂ ਕਿਸੇ ਵੀ ਡਿਜ਼ਾਈਨਰ ਨੇ ਜਾਂ ਕਿਸੇ ਵੀ ਸਟੂਡੈਂਟ ਨੇ ਕਿਸੇ ਵੀ ਪਰਸਨ ਨੇ ਕਿਸੇ ਡਰੈਸ ਬਾਰੇ ਸੋਚਿਆ ਤਾਂ ਸਭ ਤੋਂ ਪਹਿਲਾਂ ਉਹ ਆਪਣੀ ਸੋਚ ਨੂੰ ਸਕੈਚ ਬੁੱਕ ਦੇ ਉੱਤੇ ਉਲੀਕੇਗਾ, ਸਕੈਚ ਬੁੱਕ ਦੇ ਉੱਤੇ ਡਰਾ ਕਰੇਗਾ। ਉਸ ਤੋਂ ਬਾਅਦ or a fashion designer can play with the way fabric falls to create new designs at the start of the apparel design process। डिजाइनिंग ਦੇ ਵਾਸਤੇ ਜਾਂ ਫਿਰ ਡਿਜ਼ਾਈਨਰ ਹੈ ਜਿਹੜਾ ਫੈਸ਼ਨ ਡਿਜ਼ਾਈਨਰ ਪਰਫੈਕਟ ਹੁੰਦੇ ਆ ਉਹ ਡਾਇਰੈਕਟਲੀ ਫੈਬਰਿਕ ਨੂੰ ਡ੍ਰੇਪਿੰਗ ਦੇ ਤੌਰ ਤੇ ਯੂਜ਼ ਕਰਨਾ ਸ਼ੁਰੂ ਕਰ ਦੇਗਾ। ਜਿਸ ਤਰ੍ਹਾਂ ਦਾ ਵੀ ਉਹਦੇ ਮਨ ਵਿੱਚ ਜੋ ਚੱਲ ਰਹੀ ਹੈ, ਸੋਚ ਚੱਲ ਰਹੀ, ਜੋ ਡਿਜ਼ਾਈਨ ਚੱਲ ਰਿਹਾ, ਜੋ ਪਰਫੈਕਟ ਡਿਜ਼ਾਈਨਰ ਹੁੰਦੇ ਆ ਉਹ ਡਾਇਰੈਕਟਲੀ ਵੀ ਡ੍ਰੇਪਿੰਗ ਕਰ ਲੈਂਦੇ ਨੇ। After draping, the fabric is removed from the dress form and used to create the swing pattern for the garment। Draping ਕਰਨ ਤੋਂ ਬਾਅਦ ਕੱਪੜੇ ਨੂੰ ਡਰੈਸ ਫਾਰਮ ਡੰਮੀ ਤੋਂ ਉਤਾਰਿਆ ਜਾਂਦਾ ਹੈ ਤੇ ਉਸ ਨੂੰ ਜਿਹੜਾ ਪੈਟਰਨ ਅਸੀਂ ਸਟਿਚਿੰਗ ਵਾਸਤੇ ਜਾਂ ਕਟਿੰਗ ਵਾਸਤੇ ਜਿਹੜਾ ਅਸੀਂ ਪੈਟਰਨ ਯੂਜ਼ ਕਰਨਾ ਹੁੰਦਾ ਹੈ, ਜਿਹਦੀ ਹੈਲਪ ਨਾਲ ਅਸੀਂ ਕੱਪੜੇ ਤੇ ਕਟਿੰਗ ਕਰਨੀ ਹੁੰਦੀ ਹੈ, ਉਹ ਤਿਆਰ ਕੀਤਾ ਜਾਂਦਾ ਹੈ। The method of draping includes stitching the garment by the use of loosely hanging material to create a flowing effect। ਜਿਹੜਾ ਮੈਥਡ ਹੈਗਾ ਡ੍ਰੇਪਿੰਗ ਦਾ ਉਹਦੇ ਵਿੱਚ ਗਾਰਮੈਂਟ ਦੀ ਸਟਿਚਿੰਗ ਵੀ ਇਨਕਲੂਡ ਕੀਤੀ ਜਾਂਦੀ ਹੈ। ਉਹ ਕਿਸ ਤਰ੍ਹਾਂ, ਜਿਹੜਾ ਅਸੀਂ ਕੱਪੜਾ ਜਦੋਂ ਅਸੀਂ ਡ੍ਰੇਪ ਕਰਦੇ ਹਾਂ ਉਹਨੂੰ ਅਸੀਂ ਢਿੱਲਾ ਰੱਖ ਕੇ ਉਹਨੂੰ ਕ੍ਰੀਏਟ ਕਰਨਾ, ਫਲੋਇੰਗ ਇਫੈਕਟ ਜਦੋਂ ਅਸੀਂ ਕ੍ਰੀਏਟ ਕਰਨਾ ਉੱਥੇ ਹੀ ਡ੍ਰੇਪਿੰਗ ਦਾ ਵਰਤੋਂ ਕੀਤੀ ਜਾਂਦੀ ਹੈ। ਤਾਂ ਕੱਪੜੇ ਨੂੰ ਅਸੀਂ ਲੂਜ਼ ਛੱਡ ਕੇ ਜਿਸ ਤਰ੍ਹਾਂ ਦੀ ਡਿਜ਼ਾਈਨਿੰਗ ਅਸੀਂ ਸੋਚੀ ਹੈ ਉਸ ਦੇ ਹਿਸਾਬ ਨਾਲ ਅਸੀਂ ਕੱਪੜੇ ਨੂੰ ਪਿਨ ਅਪ ਕਰਨਾ, ਉਸ ਹਿਸਾਬ ਨਾਲ ਅਸੀਂ ਕੱਪੜੇ ਨੂੰ ਫੋਲਡ ਕਰਨਾ ਤਾਂ ਜੋ ਜਿਹੜਾ ਸਾਡਾ ਫਲੋਇੰਗ ਇਫੈਕਟ ਹੈ ਉਹ ਆ ਜਾਵੇ। Even it can create for a very impressive effect when finished appropriately। ਇਸ ਨੂੰ ਬਹੁਤ ਇੰਪ੍ਰੈਸਿਵ ਇਫੈਕਟ ਦਿੱਤੇ ਜਾਂਦੇ ਆ ਤਾਂ ਜੋ ਇਹ ਪ੍ਰੋਪਰਲੀ ਇਹਦੀ ਫਿਨਿਸ਼ਿੰਗ ਹੋ ਜਾਵੇ। Draping needs ability and practice to do exact fitting, fall and fullness। Draping ਕਰਨ ਦੇ ਲਈ ਸਾਡੇ ਕੋਲ ਇੱਕ ਪ੍ਰੋਪਰ ਯੋਗਤਾ ਹੋਣੀ ਚਾਹੀਦੀ ਹੈ ਤੇ ਸਾਨੂੰ ਬਹੁਤ ਜ਼ਿਆਦਾ ਪ੍ਰੈਕਟਿਸ ਦੀ ਲੋੜ ਹੁੰਦੀ ਹੈ ਤਾਂ ਜੋ ਅਸੀਂ ਜਿਹੜੀ ਵੀ ਡਰੈਸ ਡਿਜ਼ਾਈਨ ਕਰਨ ਲਈ ਅਸੀਂ ਡ੍ਰਿਪਿੰਗ ਕਰ ਰਹੇ ਹਾਂ ਉਹਦੀ ਐਗਜ਼ੈਕਟ ਫਿਟਿੰਗ ਆ ਜਾਵੇ, ਜੋ ਅਸੀਂ ਡਿਜ਼ਾਈਨ ਸੋਚਿਆ ਉਹਦੀ ਪ੍ਰੋਪਰ ਫਾਲ ਵੀ ਆ ਜਾਵੇ ਔਰ fullness ਵੀ proper ਆਵੇ। Most of the designers choose to try out with the mode of fabric hangings, but also there are purposeful ways to determine drape। Draping technique is generally used in making garments, but can also be used to develop skirts, blouses and pants। ਕਾਫੀ ਸਾਰੇ designers ਜਿਹੜੇ ਇਹ ਫੈਬਰਿਕ ਨੂੰ ਹੈਂਗ ਕਰਨ ਦਾ ਲਾਈਕ ਜਿਵੇਂ ਡ੍ਰਿਪਿੰਗ ਹੁੰਦੀ ਹੈ, ਡ੍ਰਿਪਿੰਗ ਦਾ ਮੈਥਡ ਯੂਜ਼ ਕਰਦੇ ਆ ਤਾਂ ਜੋ ਆਪਣੇ ਪਰਪਸ ਵਿੱਚ ਸੋਲਵ ਹੋ ਜਾਣ। ਔਰ ਡ੍ਰਿਪਿੰਗ ਟੈਕਨੀਕ ਹੈ ਇਹ ਜਿਹੜੀ ਕਈ ਤਰ੍ਹਾਂ ਦੇ ਗਾਰਮੈਂਟਸ ਬਣਾਉਣ ਵਿੱਚ ਯੂਜ਼ ਕੀਤੀ ਜਾਂਦੀ ਹੈ, ਜਿਵੇਂ ਕਿ ਸਕਰਟਸ ਹੋ ਗਈਆਂ, ਬਲਾਊਜ਼ਿਸ ਹੋ ਗਏ ਔਰ ਪੈਂਟਸ ਹੋ ਗਏ। ਇਹਨਾਂ ਸਾਰੀਆਂ ਚੀਜ਼ਾਂ ਵਿੱਚ ਜਿਹੜੇ ਡਿਜ਼ਾਈਨਰ ਕੱਪੜੇ ਹੁੰਦੇ, ਡਿਜ਼ਾਈਨਰ ਗਾਰਮੈਂਟਸ ਹੁੰਦੇ ਆ, ਇਹਨਾਂ ਵਿੱਚ ਡ੍ਰਿਪਿੰਗ ਦੀ ਵਰਤੋਂ ਕੀਤੀ ਜਾਂਦੀ ਹੈ। The techniques for draping fabric require the knowledge of the fabric's characteristics। ਹੁਣ ਜੇ ਅਸੀਂ ਗੱਲ ਕਰੀਏ ਕਿ ਡ੍ਰੇਪਿੰਗ ਲਈ ਸਾਨੂੰ ਕਿਹੜੀਆਂ ਟੈਕਨੀਕਸ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਉਹਦੇ ਵਿੱਚ ਸਭ ਤੋਂ ਪਹਿਲੀ ਟੈਕਨੀਕ ਜਿਸ ਦੀ ਸਾਨੂੰ ਵਰਤੋਂ ਕਰਨੀ ਚਾਹੀਦੀ ਹੈ ਉਹ ਹੈ ਕੱਪੜੇ ਦੀਆਂ ਵਿਸ਼ੇਸ਼ਤਾਵਾਂ ਬਾਰੇ ਸਾਨੂੰ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹਦੇ ਵਿੱਚ ਕੱਪੜਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਹਦੀ ਕਿ ਫਾਲ ਈਜ਼ੀਲੀ ਪੈਂਦੀ ਹੋਵੇ। ਜਿਹੜੇ ਥੋੜੇ ਢਿੱਲੇ ਢਿੱਲੇ ਕੱਪੜੇ ਹੋਣ ਲਾਈਕ ਕ੍ਰੇਪ ਹੋ ਗਿਆ, ਜਾਰਜਟ ਹੋ ਗਿਆ, ਇਸ ਤਰ੍ਹਾਂ ਦੇ ਕੱਪੜਿਆਂ ਵਿੱਚ ਡ੍ਰੇਪਿੰਗ ਅਸੀਂ ਈਜ਼ੀਲੀ ਕਰ ਸਕਦੇ ਹਾਂ। ਕੱਪੜਾ ਸਾਡਾ ਸਟਿਫ ਨਹੀਂ ਹੋਣਾ ਚਾਹੀਦਾ, ਖੜਾ ਖੜਾ ਕੱਪੜਾ ਨਹੀਂ ਹੋਣਾ ਚਾਹੀਦਾ। Designers, drapers must have the knowledge to distinguish among different fabrics, which will enable them to select the most appropriate fabric for flow and line of each design। Designers ਤੇ drapers ਨੂੰ ਕੱਪੜੇ ਦੇ ਅਲੱਗ-ਅਲੱਗ ਜਿਹੜੀਆਂ ਵਿਸ਼ੇਸ਼ਤਾਵਾਂ ਹੈ ਉਹਨਾਂ ਵਿੱਚ ਕੀ ਫਰਕ ਹੈ ਉਹਦੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ
ਤਾਂ ਜੋ ਉਹ ਬਿਲਕੁਲ ਐਪਰੋਪਰੀਏਟ, ਬਿਲਕੁਲ ਢੁਕਵਾਂ ਕੱਪੜਾ ਡ੍ਰੇਪਿੰਗ ਲਈ ਵਰਤੋਂ ਕਰਨ, ਤਾਂ ਜੋ ਜਿਹੜੀ ਕੱਪੜੇ ਦੀ ਫਲੋ ਹੈ ਤੇ ਸਾਡਾ ਡਿਜ਼ਾਈਨ ਹੈ ਅਸੀਂ ਉਹਨੂੰ ਅਚੀਵ ਕਰ ਸਕੀਏ। Designers must devote time to collect swatches while shopping and catalog them by with content. Designers ਨੂੰ ਆਪਣੇ ਕੋਲ ਸਵਾਚਿਸ ਰੱਖਣੇ ਚਾਹੀਦੇ ਹੈ। ਸਵਾਚਿਸ ਕੀ ਹੁੰਦੇ ਆ? ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕੱਪੜਿਆਂ ਦੇ ਛੋਟੇ-ਛੋਟੇ ਅਸੀਂ ਪੀਸਿਸ ਲੈ ਕੇ ਡਿਜ਼ਾਈਨਰਸ ਨੇ ਇੱਕ ਫਾਈਲ ਬਣਾਈ ਹੁੰਦੀ ਹੈ। ਹਰ ਇੱਕ ਕੈਟਾਗਰੀ ਦਾ ਕੱਪੜਾ, ਹਰ ਇੱਕ ਤਰ੍ਹਾਂ ਦੇ ਕੱਪੜੇ ਦੇ ਛੋਟੇ-ਛੋਟੇ ਪੀਸ, ਲਾਈਕ ਤੁਸੀਂ ਐਗਜ਼ਾਮਪਲ ਲੈ ਲਓ 2x2 ਜਾਂ 3x3 ਦੇ ਜਿਹੜੇ ਪੀਸਿਸ ਹੁੰਦੇ ਆ, ਉਹ ਫਾਈਲ ਦੇ ਵਿੱਚ ਇੱਕ ਪੇਜ ਤੇ 6 ਜਾਂ 9 ਕ੍ਰੀਏਟ ਕੀਤੇ ਹੁੰਦੇ ਆ, ਤਾਂ ਜੋ ਡਿਜ਼ਾਈਨਰਸ ਨੇ ਜਦੋਂ ਵੀ ਕੋਈ ਡਰੈਸ ਡਿਜ਼ਾਈਨ ਕਰਨੀ ਹੈ ਤਾਂ ਉਹਦੇ ਵਾਸਤੇ ਉਹਨਾਂ ਨੂੰ ਦੁਬਾਰਾ ਤੋਂ ਰਿਸਰਚ ਨਾ ਕਰਨੀ ਪਵੇ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਵਾਲਾ ਕੱਪੜਾ ਇਹ ਮੇਰਾ ਇੱਥੇ ਯੂਜ਼ ਹੋਏਗਾ। ਤਾਂ ਉਸ ਚੀਜ਼ ਨੂੰ ਅਸੀਂ ਸਵਾਚਿਸ ਕਹਿੰਦੇ ਆ। ਡਿਜ਼ਾਈਨਰਸ ਨੂੰ ਇਸ ਚੀਜ਼ ਤੇ ਅੱਛੀ ਤਰ੍ਹਾਂ ਆਪਣਾ ਟਾਈਮ ਲਗਾ ਲੈਣਾ ਚਾਹੀਦਾ ਸਵਾਚਿਸ ਵਾਸਤੇ, ਔਰ ਇਸ ਚੀਜ਼ ਬਾਰੇ ਉਹਨਾਂ ਨੂੰ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਹੈ। In this way, a personal reference library can also be created and built. ਇਸ ਤਰੀਕੇ ਨਾਲ ਡਿਜ਼ਾਈਨਰ ਕੀ ਕਰ ਸਕਦਾ ਹੈ? ਆਪਣੀ ਪਰਸਨਲ ਰੈਫਰੈਂਸ ਲਾਇਬ੍ਰੇਰੀ ਨੂੰ ਕ੍ਰੀਏਟ ਕਰ ਸਕਦਾ ਹੈ ਤੇ ਉਹਨੂੰ ਡਿਵੈਲਪ ਕਰ ਸਕਦਾ ਹੈ, ਤਾਂ ਜੋ ਉਹਨੂੰ ਬਾਰ-ਬਾਰ ਇਹਨਾਂ ਚੀਜ਼ਾਂ ਤੇ ਰਿਸਰਚ ਕਰਨ ਦੀ ਲੋੜ ਨਾ ਪਵੇ ਔਰ ਡ੍ਰਿਪਿੰਗ ਕਰਦੇ ਹੋਏ ਉਹਨੂੰ ਇਹਨਾਂ ਚੀਜ਼ਾਂ ਤੋਂ ਹੈਲਪ ਮਿਲਦੀ ਰਹੇ। ਫੈਬਰਿਕਸ ਫॉर ਡ੍ਰਿਪਿੰਗ। ਸਾਨੂੰ ਡ੍ਰਿਪਿੰਗ ਵਾਸਤੇ ਕਿਸ ਤਰ੍ਹਾਂ ਦੇ ਕੱਪੜਿਆਂ ਦੀ ਜ਼ਰੂਰਤ ਪੈਂਦੀ ਹੈ, ਕਿਸ ਤਰ੍ਹਾਂ ਦੇ ਕੱਪੜੇ ਵਰਤਣੇ ਚਾਹੀਦੇ ਹਨ। Fabrics and cloths must relate to our lifestyles, and our active lifestyles are made of many different fabrics such as stretchy knitted fabrics, chiffon, georgette, organza, sheet cottons, voile, and lightweight silk fabrics are most suitable for fashion draping purpose. ਕੱਪੜੇ ਜਿਹੜੇ ਹੈਗੇ ਆ ਉਹ ਸਾਡੇ ਲਾਈਫ ਸਟਾਈਲ ਦੇ ਨਾਲ ਸਭ ਤੋਂ ਜ਼ਿਆਦਾ ਜੁੜੇ ਰਹਿੰਦੇ ਆ, ਉਹਦੇ ਨਾਲ ਸਭ ਤੋਂ ਜ਼ਿਆਦਾ ਰਿਲੇਟ ਕਰਦੇ ਆ ਤੇ ਸਾਡੇ ਐਕਟਿਵ ਲਾਈਫ ਸਟਾਈਲਸ ਵਿੱਚ ਕਈ ਤਰ੍ਹਾਂ ਦੇ ਫੈਬਰਿਕਸ ਹੈ ਜਿਹੜੇ ਯੂਜ਼ ਕੀਤੇ ਜਾਂਦੇ ਆ। ਕਈ ਤਰ੍ਹਾਂ ਦੇ ਫੈਬਰਿਕਸ ਬਣਦੇ ਆ ਜਿਨ੍ਹਾਂ ਵਿੱਚ ਕੇ ਸਟ੍ਰੈਚੇਬਲ ਨਿਟਡ ਫੈਬਰਿਕਸ ਹੁੰਦੇ ਆ, ਸ਼ਿਫੋਨ ਹੋ ਗਿਆ, ਜਾਰਜੈਟ, ਔਰਗੈਂਜ਼ਾ, ਕਾਟਨ ਦੀਆਂ ਕਈ ਤਰ੍ਹਾਂ ਦੀਆਂ ਅਲੱਗ-ਅਲੱਗ ਵੈਰਾਈਟੀਜ਼ ਆ ਜਾਂਦੀਆਂ, ਵੋਇਲ ਤੇ ਲਾਈਟ ਵੇਟ ਜਿਹੜੇ ਸਿਲਕ ਫੈਬਰਿਕਸ ਹੈ, ਇਹ ਸਪੈਸ਼ਲੀ ਜਿਹੜੇ ਹੈਗੇ ਆ ਡ੍ਰਿਪਿੰਗ ਪਰਪਸ ਵਾਸਤੇ ਯੂਜ਼ ਕੀਤੇ ਜਾਂਦੇ ਆ। Drapeability plays an important role in making sophisticated draped garments. Mostly very lightweight to medium weight fabric is suitable for draped garments. ਜਿਹੜੀ ਡ੍ਰਿਪਿੰਗ ਦੀ ਯੋਗਤਾ ਹੈ ਉਹ ਡ੍ਰੇਪਡ ਗਾਰਮੈਂਟਸ ਨੂੰ ਜਿਹੜੇ ਕੱਪੜਿਆਂ ਵਾਸਤੇ ਬੜਾ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਅਕਸਰ ਸਾਡੇ ਕੋਲ ਜਿਹੜੇ ਬਹੁਤ ਹਲਕੇ ਕੱਪੜੇ ਹੁੰਦੇ ਆ, ਲਾਈਕ ਜਿਵੇਂ ਸ਼ਿਫੋਨ ਹੋ ਗਿਆ, ਜਾਰਜਟ ਹੋ ਗਿਆ, ਔਰਗੈਂਜ਼ਾ ਹੋ ਗਿਆ, ਇਹਨਾਂ ਤੋਂ ਲੈ ਕੇ ਮੀਡੀਅਮ ਵੇਟ ਫੈਬਰਿਕ ਲਾਈਕ ਜਿਵੇਂ ਸਿਲਕਸ ਹੋ ਗਏ, ਤੇ ਇਹਨਾਂ ਜਿਹੜੇ ਕੱਪੜਿਆਂ ਦੀ ਵਰਤੋਂ ਡ੍ਰਿਪਿੰਗ ਵਾਸਤੇ ਵਧੀਆ ਮੰਨੀ ਜਾਂਦੀ ਹੈ। Garments made of woven goods are usually draped in muslin or an inexpensive fabric where the grain and cross line are quite visible. ਜਦੋਂ ਸਭ ਤੋਂ ਪਹਿਲਾਂ ਪ੍ਰਾਇਮਰੀ ਤੌਰ ਤੇ ਡ੍ਰਿਪਿੰਗ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ ਜਿਹੜਾ ਮਸਲਿਨ ਕੱਪੜਾ ਹੁੰਦਾ, ਮਸਲਿਨ ਕੀ ਹੁੰਦਾ? ਮਲਮਲ ਦਾ ਕੱਪੜਾ। ਜਿਹੜਾ ਮਲਮਲ ਦਾ ਕੱਪੜਾ ਡਿਜ਼ਾਈਨਰਸ ਆਮ ਤੌਰ ਤੇ ਡ੍ਰਿਪਿੰਗ ਵਾਸਤੇ ਸਭ ਤੋਂ ਪਹਿਲਾਂ ਉਹਨੂੰ ਯੂਜ਼ ਕਰਦੇ ਆ, ਜਿਹੜਾ ਕਿ ਜ਼ਿਆਦਾ ਮਹਿੰਗਾ ਵੀ ਨਹੀਂ ਹੁੰਦਾ ਔਰ ਉਹਦੀ ਜਿਹੜੀ ਗ੍ਰੇਨ ਲਾਈਨ ਤੇ ਕ੍ਰਾਸ ਲਾਈਨ ਹੈ ਉਹ ਈਜ਼ੀਲੀ ਵਿਜ਼ੀਬਲ ਹੋ ਜਾਂਦੀ ਹੈ। The quality and hand of the muslin should represent the texture and characteristics of the actual fabric used for the fabric design. ਜਿਹੜਾ ਮਲਮਲ ਦਾ ਕੱਪੜਾ ਹੁੰਦਾ ਉਹਦੀ ਕੁਆਲਿਟੀ, ਉਹ ਜਿਹੜਾ ਸਾਡਾ ਕੱਪੜੇ ਦਾ ਟੈਕਸਚਰ ਤੇ ਉਹਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਉਹਨਾਂ ਬਾਰੇ ਸਾਨੂੰ ਚੰਗੀ ਤਰ੍ਹਾਂ ਦੱਸ ਦਿੰਦੀ ਹੈ, ਤੇ ਉਸ ਤੋਂ ਬਾਅਦ ਹੀ ਅਸੀਂ ਜਿਹੜੇ ਆਪਣੇ ਸਾਡਾ ਓਰੀਜਨਲ ਅਸਲੀ ਕੱਪੜਾ ਹੁੰਦਾ ਉਹਦੇ ਤੇ ਅਸੀਂ ਜਿਹੜਾ ਪੈਟਰਨ ਤਿਆਰ ਕਰਕੇ ਫਿਰ ਉਸ ਦੀ ਕਟਿੰਗ ਕਰਦੇ ਹਾਂ। ਸੌਫਟ ਮਸਲਿਨ will simulate the draping quality of natural or synthetic silk. ਜਿਹੜਾ ਸੌਫਟ ਮਲਮਲ ਹੁੰਦਾ ਉਹ ਸਾਨੂੰ ਜਿਹੜੇ ਕੱਪੜੇ ਦੀ ਨੈਚੁਰਲ ਸਿੰਥੈਟਿਕ ਸਿਲਕਸ ਹੁੰਦੇ ਆ, ਜਿਹੜੇ ਜਾਂ ਨੈਚੁਰਲ ਸਾਡੇ ਫੈਬਰਿਕਸ ਹੁੰਦੇ ਆ, ਉਹਨਾਂ ਦੀ ਕੁਆਲਿਟੀ ਬਾਰੇ ਦੱਸ ਦਿੰਦੀ ਹੈ। ਉਹਦੇ ਨਾਲ ਅਸੀਂ ਈਜ਼ੀਲੀ ਡ੍ਰੇਪਿੰਗ ਕਰ ਸਕਦੇ ਹਾਂ।
Fashion draping and fitting are usually done with muslin, an inexpensive, unbleached, loosely woven cotton to resolve any design and fitting issues of a garment before cutting the pattern in real fabric. Fashion draping ਤੇ fitting mostly ਜਿਵੇਂ ਮੈਂ ਤੁਹਾਨੂੰ ਹੁਣੇ ਦੱਸ ਕੇ ਹਟੀ ਹਾਂ ਮਲਮਲ ਦੇ ਕੱਪੜੇ ਉੱਤੇ ਕੀਤੀ ਜਾਂਦੀ ਹੈ ਜਿਹੜਾ ਕਿ ਬਲੀਚ ਨਹੀਂ ਕੀਤਾ ਹੁੰਦਾ ਔਰ ਮਹਿੰਗਾ ਵੀ ਨਹੀਂ ਹੁੰਦਾ ਔਰ ਇਹ ਲੂਜ਼ਲੀ ਵੋਵਨ ਕੀਤਾ ਹੁੰਦਾ ਹੈ ਲੂਜ਼ਲੀ ਇਹਦਾ ਤਾਨਾ ਬਾਨਾ ਬੁਣਿਆ ਹੁੰਦਾ ਔਰ ਇਹਦੇ ਨਾਲ ਅਸੀਂ ਕਿਸੇ ਵੀ ਡਿਜ਼ਾਈਨ ਨੂੰ ਕਿਸੇ ਵੀ ਤਰ੍ਹਾਂ ਦਾ ਰੂਪ ਦੇ ਸਕਦੇ ਹਾਂ ਔਰ ਇਹਦੇ ਨਾਲ ਜਿਹੜੇ ਸਾਡੇ ਫਿਟਿੰਗ ਦੇ ਇਸ਼ੂਜ਼ ਹੈ ਸਾਨੂੰ ਕੱਪੜੇ ਦੀ ਜਿਹੜੀ ਫਿਟਿੰਗ ਹੈ ਪਲੀਟਸ ਅਸੀਂ ਪਾਉਂਦੇ ਹਾਂ ਡ੍ਰਿਪਿੰਗ ਕਰਦੇ ਹੋਏ ਜਾਂ ਅਸੀਂ ਡਾਟਸ ਪਾਉਂਦੇ ਹਾਂ ਜਾਂ ਅਸੀਂ ਪਿੰਟਕਸ ਪਾਇਆ ਤਾਂ ਇਸ ਕੱਪੜੇ ਦੇ ਉੱਤੇ ਸਾਨੂੰ ਉਹਨਾਂ ਚੀਜ਼ਾਂ ਦੀ ਫਿਟਿੰਗ ਦਾ ਵਧੀਆ ਤਰੀਕੇ ਨਾਲ ਸਾਨੂੰ ਐਸਟੀਮੇਟ ਹੋ ਜਾਂਦਾ ਹੈ ਜਿਵੇਂ ਕਿ ਡੰਮੀ ਤੇ ਤੁਸੀਂ ਦੇਖ ਰਹੇ ਹੋ ਇੱਕ ਡਾਟ ਪਾਇਆ ਹੋਇਆ ਡਾਟ ਨੂੰ ਪਿਨ ਅਪ ਕੀਤਾ ਹੋਇਆ ਔਰ ਸ਼ੋਲਡਰ ਤੇ ਕਈ 3-4 ਪਲੇਟਸ ਪਾਏ ਹੋਏ ਹੈ ਜਿਸ ਤੋਂ ਕਿ ਸਾਨੂੰ ਜਿਹੜੀ ਗਾਰਮੈਂਟ ਦੀ ਜਿਹੜੀ ਫਿਟਿੰਗ ਹੈ ਜਾਂ ਉਹਦੀ ਆਊਟਲੁੱਕ ਹੈ ਉਹਦਾ ਚੰਗੀ ਤਰ੍ਹਾਂ ਐਸਟੀਮੇਟ ਹੋ ਜਾਂਦਾ ਹੈ ਔਰ ਉਹਦੇ ਅਕੋਰਡਿੰਗ ਹੀ ਅਸੀਂ ਜਿਹੜੀ ਆਪਣੀ ओरिजिनल गारमेंट है ਉਹਦੀ ਅਸੀਂ ਡ੍ਰਿਪਿੰਗ ਬਾਰੇ ਉਹਦੀ ਅਸੀਂ ਫਿਟਿੰਗ ਬਾਰੇ ਐਸਟੀਮੇਟ ਲਗਾ ਸਕਦੇ ਹਾਂ ਹੁਣ ਅਸੀਂ ਗੱਲ ਕਰਦੇ ਹਾਂ ਟੂਲਸ ਐਂਡ ਇਕਵਿਪਮੈਂਟਸ ਯੂਜ਼ਡ ਫॉर ਡ੍ਰਿਪਿੰਗ ਸਾਨੂੰ ਡ੍ਰਿਪਿੰਗ ਵਾਸਤੇ ਕਿਹੜੇ ਟੂਲਸ ਦੀ ਲੋੜ ਪੈਂਦੀ ਹੈ ਔਰ ਕਿਹੜੀ ਇਕਵਿਪਮੈਂਟਸ ਦੀ ਜ਼ਰੂਰਤ ਪੈਂਦੀ ਹੈ ਡਰੈਸ ਫਾਰਮ ਜਿਵੇਂ ਕਿ ਤੁਸੀਂ ਸਲਾਈਡ ਵਿੱਚ ਦੇਖ ਰਹੇ ਹੋ 3 ਡੰਮੀਜ਼ ਜਿਹੜੀਆਂ ਹੈ ਇਹਨਾਂ ਨੂੰ ਡਰੈਸ ਫਾਰਮ ਡੰਮੀਜ਼ ਕਿਹਾ ਜਾਂਦਾ ਹੈ ਜਿਹਦੇ ਉੱਤੇ ਕੀ ਫੇਸ ਨਹੀਂ ਬਣਿਆ ਹੁੰਦਾ ਔਰ ਇਹਦੀਆਂ ਨਾ ਬਾਹਾਂ ਹੁੰਦੀਆਂ ਨਾ ਲੈਗਸ ਹੁੰਦੀਆਂ ਸਿਰਫ ਇੱਕ ਸਾਡੇ ਕੋਲ ਅਪਰ ਬਾਡੀ ਦਾ ਇੱਕ ਸਟੈਚੂ ਹੁੰਦਾ ਹੈ ਜਿਸ ਨੂੰ ਕਿ ਡਰੈਸ ਫਾਰਮ ਡੰਮੀ ਕਿਹਾ ਜਾਂਦਾ ਹੈ ਡਰੈਸ ਫਾਰਮ ਵਿਚ ਸਾਈਜ਼ਸ ਲਾਈਕ US 8 US 10 US 12 can be chosen according to the requirement ਇਹਨਾਂ ਤਿੰਨਾਂ ਦੇ ਨਾਮ ਹੈਗੇ ਆ ਇਹਨਾਂ ਡੰਮੀਜ਼ ਦੇ ਜਿਨ੍ਹਾਂ ਵਿੱਚੋਂ ਵੀ ਕਿਸੇ ਨੂੰ ਵੀ ਆਪਣੀ ਜ਼ਰੂਰਤ ਦੇ ਅਨੁਸਾਰ ਚੁਣਿਆ ਜਾ ਸਕਦਾ ਹੈ ਡ੍ਰੇਪਡ ਕਲੌਥ ਸੀਜ਼ਰਸ ਸਾਨੂੰ ਕੀ ਚਾਹੀਦਾ ਹੈ ਟੂਲਸ ਬਾਰੇ ਗੱਲ ਹੋ ਰਹੀ ਹੈ ਡ੍ਰਿਪਿੰਗ ਵਾਲਾ ਕੱਪੜਾ ਚਾਹੀਦਾ ਹੈ ਜਿਵੇਂ ਮਲਮਲ ਦੀ ਗੱਲ ਕੀਤੀ ਹੈ ਮੈਂ ਸੀਜ਼ਰਸ ਆਰਮ ਹੋਲ ਕਰਵ ਸਕੇਲ ਗ੍ਰੈਜੂਏਟਡ ਸਕੇਅਰ ਪਿੰਸ ਮਾਰਕਿੰਗ ਚੌਕ ਪੈਨਸਿਲਸ sharpeners notchers french curves foot rule grade ruler dark colored twill tape mirroring tape hip curve sleeve curve are the tools required ਇਹ ਸਾਰੇ ਜਿਹੜੇ ਟੂਲਸ ਹੈ ਇਹਨਾਂ ਦੀ ਸਾਨੂੰ ਜ਼ਰੂਰਤ ਪੈਂਦੀ ਹੈ ਜਿਹੜੇ ਕਿ ਅਸੀਂ ਆਮ ਤੌਰ ਤੇ ਡਰਾਫਟਿੰਗ ਵਾਸਤੇ ਵੀ ਜਿਨ੍ਹਾਂ ਦੀ ਵਰਤੋਂ ਕਰਦੇ ਹਾਂ ਹੁਣ ਅਸੀਂ ਇਹਨਾਂ ਥੋੜਾ ਡੰਮੀਜ਼ ਬਾਰੇ ਅਸੀਂ ਡਿਟੇਲ ਵਿੱਚ ਗੱਲ ਕਰ ਲੈਂਦੇ ਹਾਂ ਜਿਹੜੀ ਫਸਟ ਨੰਬਰ ਤੇ ਡੰਮੀ ਹੈ ਇਹਨਾਂ ਨੂੰ ਡਿਸਪਲੇ ਫਾਰਮ ਕਿਹਾ ਜਾਂਦਾ ਹੈ ਇਹ ਕਿੱਥੇ ਵਰਤੋਂ ਕੀਤੀ ਜਾਂਦੀ ਹੈ intended for display purposes not for showing unrealistic proportions useful for product photos in online stores or window displays ਇਹ ਡ੍ਰਿਪਿੰਗ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਔਰ ਇਹਦੇ ਪ੍ਰਾਈਸ ਬਾਰੇ ਵੀ ਸਕਰੀਨ ਦੇ ਉੱਤੇ ਲਿਖਿਆ ਹੈ ਇਹ $50 ਤੋਂ ਲੈ ਕੇ $100 ਤੱਕ ਸਾਨੂੰ ਆਮ ਤੌਰ ਤੇ ਮਾਰਕੀਟ ਦੇ ਵਿੱਚ ਮਿਲ ਜਾਂਦੀ ਹੈ ਔਰ ਇਹਨੂੰ ਸਵਿੰਗ ਵਾਸਤੇ ਯੂਜ਼ ਨਹੀਂ ਕੀਤਾ ਜਾਂਦਾ ਸਿਰਫ ਡ੍ਰਿਪਿੰਗ ਪਰਪਸਿਸ ਵਾਸਤੇ ਹੀ ਯੂਜ਼ ਕੀਤਾ ਜਾਂਦਾ ਹੈ ਨੰਬਰ 2 ਤੇ ਹੈ ਸਾਡੇ ਕੋਲ ਪ੍ਰੋਫੈਸ਼ਨਲ ਫਾਰਮ ਪਹਿਲਾਂ ਅਸੀਂ ਗੱਲ ਕੀਤੀ ਹੈ ਡਿਸਪਲੇ ਫਾਰਮ ਦੀ ਹੁਣ ਹੈਗੀ ਹੈ ਸਾਡੇ ਕੋਲ ਪ੍ਰੋਫੈਸ਼ਨਲ ਫਾਰਮ ਜਿਸ ਨੂੰ ਕਿ ਆਮ ਤੌਰ ਤੇ ਡਿਜ਼ਾਈਨਰਸ ਜਾਂ ਵੱਡੀਆਂ ਇੰਡਸਟਰੀਜ਼ ਦੇ ਵਿੱਚ ਜਿੱਥੇ ਕਿ ਮਾਸ ਪ੍ਰੋਡਕਸ਼ਨ ਕੀਤੀ ਜਾਂਦੀ ਹੈ ਉੱਥੇ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ used for higher level home and professional swing high end and generally handmade ਤੇ ਇਹਦਾ ਪ੍ਰਾਈਸ ਹੁੰਦਾ ਹੈ $300 ਤੋਂ ਲੈ ਕੇ $1200 ਤੱਕ US ਡਾਲਰਸ ਇਸ ਨੂੰ ਪ੍ਰੋਫੈਸ਼ਨਲ ਫਾਰਮਸ ਕਿਹਾ ਜਾਂਦਾ ਹੈ ਔਰ ਤੀਜੇ ਨੰਬਰ ਤੇ ਹੈ ਸਾਡੇ ਕੋਲ ਐਡਜਸਟੇਬਲ ਫਾਰਮ ਐਡਜਸਟੇਬਲ ਜਿਵੇਂ ਕਿ ਤੁਹਾਨੂੰ ਇਹਦੀ ਸਲਾਈਡ ਤੇ ਨੀਚੇ ਦਿਖ ਰਿਹਾ ਹੈ ਇੱਕ ਇੰਸਟਰੂਮੈਂਟ ਲੱਗਿਆ ਹੋਇਆ ਹੈ ਜਿਸ ਨੂੰ ਕਿ ਆਪਾਂ ਪੈਰ ਦੇ ਨਾਲ ਜਿਵੇਂ ਗੱਡੀ ਨੂੰ ਅਸੀਂ ਆਪਰੇਟ ਕਰਦੇ ਹਾਂ ਕਾਰ ਚਲਾਉਂਦੇ ਹੋਏ ਸਾਡੇ ਕੋਲ ਹੁੰਦਾ ਉਸੇ ਤਰ੍ਹਾਂ ਇਹਨੂੰ ਪੈਰ ਦੇ ਨਾਲ ਅਸੀਂ ਪੁਸ਼ ਕਰਦੇ ਹਾਂ ਤਾਂ ਇਹਦਾ ਸਾਈਜ਼ ਇਹਦੀ ਹਾਈਟ ਉੱਚੀ ਵੀ ਹੋ ਜਾਂਦੀ ਹੈ ਔਰ ਇਹਦੀ ਹਾਈਟ ਨੀਵੀਂ ਵੀ ਹੋ ਜਾਂਦੀ ਹੈ ਯੂਜ਼ਫੁਲ ਫॉर ਹੋਮ ਸਵਿੰਗ ਐਂਡ ਸਵਿੰਗ ਫॉर ਵੇਅਰਿੰਗ ਸਾਈਜ਼ਸ ਇਹ ਆਮ ਤੌਰ ਤੇ ਜਿਵੇਂ ਘਰ ਵਿੱਚ ਬੁਟੀਕਸ ਖੋਲੀਆਂ ਹੋਈਆਂ ਕਿਸੇ ਨੇ ਤਾਂ ਉਹਨਾਂ ਵਿੱਚ ਇਹਨਾਂ ਨੂੰ ਡਰੈਸ ਫਾਰਮ ਐਡਜਸਟੇਬਲ ਫਾਰਮ ਨੂੰ ਯੂਜ਼ ਕੀਤਾ ਜਾਂਦਾ ਹੈ ਔਰ ਇਹ ਅਲੱਗ-ਅਲੱਗ ਸਾਈਜ਼ਸ ਵਿੱਚ ਅਸੀਂ ਇਹਨੂੰ ਐਡਜਸਟ ਕਰ ਸਕਦੇ ਹਾਂ ਇਹ ਬਹੁਤ ਲਾਈਟ ਵੇਟ ਹੁੰਦੀ ਹੈ ਔਰ ਇਹ
सस्ती सानू मार्केट तो एज कंपैरेटिवली दूसरियां जिहड़ियां दो डमीज है उहदा नालों सस्ती मिल जाती है और ये $70 तो लैके $200 तक मार्केट विच अवेलेबल होंदी है। ड्रेस फॉर्म डमी इज एन एक्सीलेंट टूल टू हैव इन अ डिजाइनर स्टूडियो। ये जिहड़ी ड्रेस फॉर्म डमी है ये सब तो एक्सीलेंट टूल है डिजाइनर स्टूडियो दे विच। इस तो बिना ड्रेपिंग इम्पॉसिबल है, इस तो बिना ड्रेपिंग नहीं हो सकती। It is mainly used to drape the fabric to make new and innovative designed garments। ਇਹਦਾ ਮੇਨ ਤੌਰ ਤੇ ਕਿੱਥੋਂ ਵਰਤੋਂ ਕੀਤੀ ਜਾਂਦੀ ਹੈ? ਨਵੇਂ ਡਿਜ਼ਾਈਨ ਬਣਾਉਣ ਵਾਸਤੇ ਤੇ ਨਵੇਂ-ਨਵੇਂ ਤਰੀਕਿਆਂ ਦੇ ਡਿਜ਼ਾਈਨ ਬਣਾਉਣ ਵਾਸਤੇ, ਇਨੋਵੇਟਿਵ ਡਿਜ਼ਾਈਨਸ ਬਣਾਉਣ ਵਾਸਤੇ ਇਹਦੀ ਵਰਤੋਂ ਕੀਤੀ ਜਾਂਦੀ ਹੈ। It always help in checking the proper fitting of the garment। ਇਹ ਹਮੇਸ਼ਾ ਸਾਡੇ ਕੱਪੜੇ ਦੀ ਜਿਹੜੀ ਪ੍ਰੋਪਰ ਫਿਟਿੰਗ ਚੈੱਕ ਕਰਨ ਲਈ ਇਹਦੀ ਵਰਤੋਂ ਕੀਤੀ ਜਾਂਦੀ ਹੈ ਔਰ ਇਹ ਸਾਡੀ ਜਿਹੜੀ ਫਿਟਿੰਗ ਨੂੰ ਚੈੱਕ ਕਰਨ 'ਚ ਮਦਦ ਕਰਦੀ ਹੈ। In present day, draping techniques are taught in fashion design schools, academics and colleges। ਅੱਜ ਕੱਲ draping techniques ਹੈ ਜਿਹੜੀਆਂ ਸਾਡੇ fashion designing ਸਕੂਲ ਵਿੱਚ ਵੀ ਪੜ੍ਹਾਈ ਜਾਂਦੀ ਹੈ, academies ਵਿੱਚ ਵੀ ਤੇ colleges ਵਿੱਚ ਵੀ ਇਹਨੂੰ ਪੜ੍ਹਾਇਆ ਜਾ ਰਿਹਾ ਹੈ। Thus, students can easily understand the art of draping and will be able to create more fashionable garments। ਇਸ ਤਰ੍ਹਾਂ ਨਾਲ ਜਿਹੜੇ ਸਟੂਡੈਂਟਸ ਹੈ ਸਾਡੇ ਤਾਂ ਜੋ ਉਹ ਵਧੀਆ ਤੇ ਆਸਾਨੀ ਨਾਲ ਜਿਹੜੀ ਆਰਟ ਆਫ ਡ੍ਰੇਪਿੰਗ ਹੈ, ਡ੍ਰੇਪਿੰਗ ਦੀ ਟੈਕਨੀਕ ਹੈ, ਇਹਦੀ ਕਲਾ ਹੈ, ਉਹਨੂੰ ਅੱਛੀ ਤਰ੍ਹਾਂ ਸਮਝ ਜਾਣ ਔਰ ਇਹ ਡ੍ਰੇਪਿੰਗ ਨੂੰ ਤੇ ਜ਼ਿਆਦਾ ਫੈਸ਼ਨੇਬਲ ਜਿਹੜੇ ਗਾਰਮੈਂਟਸ ਹੈ ਉਹਨਾਂ ਨੂੰ ਕ੍ਰੀਏਟ ਕਰਨ ਵਾਸਤੇ ਯੋਗ ਹੋ ਜਾਣ। The important points that should be taken care of when draping the fabrics on dress forms are ਜਿਹੜੇ ਸਾਨੂੰ ਮਹੱਤਵਪੂਰਨ ਪੁਆਇੰਟਸ ਹੈ ਜਿਨ੍ਹਾਂ ਦੀ ਸਾਨੂੰ ਧਿਆਨ ਰੱਖਣਾ ਚਾਹੀਦਾ ਡ੍ਰਿਪਿੰਗ ਕਰਦੇ ਹੋਏ ਉਹ ਕੀ ਹਨ? GSM of the fabric। GSM ਹੁੰਦਾ ਹੈ ਗ੍ਰਾਮ ਪਰ ਸਕੁਅਰ। ਹਰ ਇੱਕ ਕੱਪੜੇ ਦਾ ਅਸੀਂ weight ਕੰਸੀਡਰ ਕਰਨਾ ਡ੍ਰਿਪਿੰਗ ਕਰਦੇ ਹੋਏ। The bias selvage of the fabric। ਕੱਪੜੇ ਦੀ ਜਿਹੜੀ ਬਾਇਸ ਡਾਇਰੈਕਸ਼ਨ ਹੈ ਤੇ ਸੈਲਵੇਜ ਹੈ ਕੱਪੜੇ ਦੀ ਕਰਨੀ ਹੈ ਡਾਇਰੈਕਸ਼ਨ ਹੈ ਉਸ ਚੀਜ਼ ਦਾ ਧਿਆਨ ਰੱਖਣਾ। नंबर 3 ਤੇ ਹੈ ਪੈਟਰਨ, ਟੈਕਸਚਰ ਐਂਡ ਮਸਲਿਨ। ਪੈਟਰਨ ਕੱਪੜੇ ਦਾ ਟੈਕਸਚਰ ਕਿਹੋ ਜਿਹਾ ਹੈ, ਕੱਪੜਾ ਸੌਫਟ ਹੈ, ਸਮੂਥ ਹੈ ਜਾਂ ਕੱਪੜੇ ਦੀ ਜਿਹੜੀ ਦਿੱਖ ਹੈ ਉਹ ਸਾਨੂੰ ਰਫ ਦਿਖ ਰਹੀ ਹੈ, ਇਹ ਸਾਰੀਆਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਨੰਬਰ 4 ਤੇ ਹੈ ਡਾਰਟਸ। ਜਿਹੜੇ ਡਾਰਟਸ ਅਸੀਂ ਡਰੈਸ ਵਿੱਚ ਪਾਉਂਦੇ ਹਾਂ। ਸੀਮ ਲੋਕੇਸ਼ਨ, ਕਿਹੜੀ ਲੋਕੇਸ਼ਨ ਤੇ ਅਸੀਂ ਕਿਸ ਜਗ੍ਹਾ ਤੇ ਅਸੀਂ ਸਿਲਾਈ ਲਗਾਣੀ ਹੈ ਤੇ ਫਿਨਿਸ਼ਿੰਗ ਕਿਵੇਂ ਦੇਣੀ ਹੈ, ਫਿਨਿਸ਼ਿੰਗ ਲਾਈਨਸ ਕਿਹੜੀਆਂ, ਇਹਨਾਂ ਸਾਰੀਆਂ ਚੀਜ਼ਾਂ ਦਾ ਸਾਨੂੰ ਡ੍ਰਿਪਿੰਗ ਕਰਦੇ ਹੋਏ ਧਿਆਨ ਰੱਖਣਾ ਚਾਹੀਦਾ ਹੈ। It is important to drape using a fabric that has similar drape characteristics, the way it falls and folds as the real fabric of the finished garments। ਡ੍ਰਿਪਿੰਗ ਕਰਦੇ ਹੋਏ ਸਭ ਤੋਂ ਇੰਪੋਰਟੈਂਟ ਟੈਕਨੀਕ ਹੈ ਜਿਹੜੀ ਸਾਨੂੰ ਸਭ ਤੋਂ ਇੰਪੋਰਟੈਂਟ ਚੀਜ਼ ਦਾ ਧਿਆਨ ਰੱਖਣਾ ਕੀ ਹੁੰਦਾ ਹੈ ਜਿਹੜਾ ਅਸੀਂ ਡ੍ਰਿਪਿੰਗ ਕਰਦੇ ਹੋਏ ਕੱਪੜਾ ਵਰਤਣਾ। ਜਿਵੇਂ ਕਿ ਮੈਂ ਮਲਮਲ ਦੀ ਗੱਲ ਕੀਤੀ ਸੀ, ਉਹ ਸਾਡਾ ਜਿਸ ਕੱਪੜੇ ਦੀ ਅਸੀਂ ਡਰੈਸ ਤਿਆਰ ਕਰਨੀ ਹੈ ਅਸਲ ਵਿੱਚ ਉਹਦੇ ਨਾਲ ਉਹਦੀ ਜਿਹੜੀ ਫਾਲ ਹੈ, ਫੋਲਡ ਹੈ, ਉਹਦੇ ਨਾਲ ਮੈਚ ਹੋਣੀ ਚਾਹੀਦੀ ਹੈ। ਤਾਂ ਹੀ ਅਸੀਂ ਸਹੀ ਤਰੀਕੇ ਨਾਲ ਫਿਟਿੰਗ ਦਾ ਤੇ ਆਊਟਲੁੱਕ ਦਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਦੋਂ ਅਸੀਂ ਡ੍ਰਿਪਿੰਗ ਕਰਦੇ ਹਾਂ ਕਿ ਇਸ ਕੱਪੜੇ ਦੀ ਫਾਲ ਤੇ ਲੁੱਕ ਤੇ ਫੋਲਡਸ ਕਿਸ ਤਰ੍ਹਾਂ ਦੇ ਹੋਣਗੇ। Muslin comes in a variety of weights and inexpensive synthetic fabrics can also be used in fitting and draping for apparel design। ਮਲਮਲ ਦੀ ਗੱਲ ਅਸੀਂ ਇੱਥੇ ਕਰਦੇ ਹਾਂ। ਮਲਮਲ ਅਲੱਗ-ਅਲੱਗ ਕੈਟਾਗਰੀਜ਼ ਵਿੱਚ ਆਉਂਦਾ ਹੈ। ਮਲਮਲ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਵੈਰਾਈਟੀਜ਼ ਹੁੰਦੀਆਂ ਜਿਨ੍ਹਾਂ ਵਿੱਚ ਅਲੱਗ-ਅਲੱਗ weight ਹੁੰਦਾ ਹੈ। ਕੋਈ ਥੋੜਾ ਹੈਵੀ ਹੁੰਦਾ ਮਲਮਲ, ਕਈ ਲਾਈਟ weight ਫੈਬਰਿਕਸ ਹੁੰਦੇ ਆ ਮਲਮਲ ਦੇ ਵਿੱਚ ਵੀ ਔਰ ਇਹਨਾਂ ਚੀਜ਼ਾਂ ਦਾ ਅਸੀਂ ਧਿਆਨ ਰੱਖਾਂਗੇ ਤਾਂ ਹੀ ਇਹ ਤੋਂ ਬਿਨਾਂ ਕੁਝ ਹੋਰ ਜਿਹੜੇ ਸਸਤੇ ਸਿੰਥੈਟਿਕ ਫੈਬਰਿਕਸ ਹੈ ਉਹਨਾਂ ਦੀ ਵੀ ਅਸੀਂ ਵਰਤੋਂ ਕਰ ਸਕਦੇ ਹਾਂ ਡ੍ਰਿਪਿੰਗ ਕਰਦੇ ਹੋਏ। The general process for how to drape for fashion is as follows। ਇੱਕ ਜਨਰਲ ਪ੍ਰੋਸੈਸ ਹੈ ਡ੍ਰਿਪਿੰਗ ਕਰਦੇ ਹੋਏ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਜਿਹਨੂੰ ਅਸੀਂ ਫੋਲੋ ਕਰਦੇ ਹਾਂ ਉਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹਾਂਗੀ। Pieces of muslin are cut and prepared। ਸਭ ਤੋਂ ਪਹਿਲਾਂ ਕੀ ਕੀਤਾ ਜਾਂਦਾ ਹੈ, ਮਸਲਿਨ ਜਿਹੜਾ ਮਲਮਲ ਦਾ ਕੱਪੜਾ ਹੈ ਸਭ ਤੋਂ ਪਹਿਲਾਂ ਉਹਦੇ ਕੱਪੜੇ ਜਿਹੜੇ ਸਾਈਜ਼ ਦੇ ਅਕੋਰਡਿੰਗਲੀ ਕੱਪੜੇ ਨੂੰ ਮਾਰਕਿੰਗ ਕਰਕੇ ਕੱਟ ਲਿਆ ਜਾਂਦਾ ਹੈ ਤੇ ਉਹਨੂੰ ਤਿਆਰ ਕਰ ਲਿਆ ਜਾਂਦਾ ਹੈ। This includes mirroring, tearing, blocking, pressing and marking grain lines and other important reference lines। ਇਹਦੇ ਵਿੱਚ ਕੀ ਹੁੰਦਾ, ਜਿਵੇਂ ਅਸੀਂ ਕੱਪੜੇ ਨੂੰ ਨਾਪ ਲਿਆ ਪਹਿਲਾਂ, ਫਿਰ ਉਹਨੂੰ ਕਟਿੰਗ ਕਰ ਲਈ,
ਤੇ ਉਹਨੂੰ ਪ੍ਰੈਸ ਕਰ ਲਿਆ। ਉਸ ਤੋਂ ਬਾਅਦ ਗ੍ਰੇਨ ਲਾਈਨਸ ਜਿਹੜੀਆਂ ਮੇਨ ਸਾਡੀਆਂ ਗ੍ਰੇਨ ਲਾਈਨਸ ਹੁੰਦੀਆਂ ਉਹਨਾਂ ਨੂੰ ਅਸੀਂ ਮਾਰਕ ਕਰ ਲੈਂਦੇ ਆ ਤੇ ਰੈਫਰੈਂਸ ਲਾਈਨਸ ਨੂੰ ਮਾਰਕ ਕਰ ਲੈਣਾ, ਜਿਵੇਂ ਤੁਸੀਂ ਸਲਾਈਡ ਵਿੱਚ ਦੇਖ ਰਹੇ ਹੋ। ਇਹ ਸਾਡਾ ਸਭ ਤੋਂ ਪਹਿਲਾ ਸਟੈਪ ਹੈਗਾ ਡ੍ਰਿਪਿੰਗ ਕਰਨ ਦੇ ਲਈ। ਦੂਜੇ ਸਟੈਪ ਵਿੱਚ ਅਸੀਂ ਕੀ ਕਰਾਂਗੇ, ਨਾਓ ਦਾ ਐਕਚੁਅਲ ਡ੍ਰੇਪਿੰਗ ਬਿਗਨਸ। ਹੁਣ ਸਾਡੀ ਅਸਲ ਡ੍ਰੇਪਿੰਗ ਸ਼ੁਰੂ ਹੋਏਗੀ। ਜਿਵੇਂ ਸਲਾਈਡ 'ਚ ਤੁਸੀਂ ਦੇਖ ਰਹੇ ਹੋ, ਇੱਕ ਲੜਕੀ ਹੈ ਜਿਹੜੀ ਡੰਮੀ ਦੇ ਉੱਤੇ ਕੱਪੜੇ ਨੂੰ ਪਿਨ ਅਪ ਕਰ ਰਹੀ ਹੈ ਔਰ ਡੰਮੀ ਦੇ ਉੱਤੇ ਗ੍ਰੇਨਸ ਲਾਈਨ ਲੱਗੀਆਂ ਹੋਈਆਂ, ਜਿਵੇਂ ਕਿ ਚੈਸਟ ਲਾਈਨ, ਵੇਸਟ ਲਾਈਨ, ਹਿਪ ਲਾਈਨ, ਇਹ ਸਾਰੀਆਂ ਮਾਰਕ ਕੀਤੀਆਂ ਹੋਈਆਂ ਡੰਮੀ ਤੇ। ਔਰ ਸ਼ੋਲਡਰ ਤੋਂ ਸਭ ਤੋਂ ਪਹਿਲਾਂ ਸ਼ੋਲਡਰ ਤੋਂ ਇਹਨੂੰ ਪਿਨ ਅਪ ਕਰਨਾ ਸਟਾਰਟ ਕੀਤਾ। The fabric is pinned to the dress form and positions to form various darts, duck gathers, etc., which give shape and fit to the garment. ਸਭ ਤੋਂ ਪਹਿਲਾਂ ਮੋਢੇ ਤੋਂ ਪਿਨ ਅਪ ਕਰਕੇ ਅਸੀਂ ਇਹਨੂੰ ਅਲੱਗ-ਅਲੱਗ ਤਰੀਕੇ ਨਾਲ ਡੰਮੀ ਦੇ ਉੱਤੇ ਸੈੱਟ ਕਰਾਂਗੇ। ਜਿਵੇਂ ਕਿ ਜੇ ਅਸੀਂ ਡਾਟ ਪਾਣਾ ਡਰੈਸ ਦੇ ਵਿੱਚ ਜਾਂ ਪਿਨ ਟਕਸ ਪਾਣੇ ਆ ਜਾਂ ਗੈਦਰਸ ਪਾਣੇ ਆ, ਉਸ ਤਰੀਕੇ ਨਾਲ ਅਸੀਂ ਇਹਨੂੰ ਉਸ ਤਰ੍ਹਾਂ ਦੀ ਸ਼ੇਪ ਦੇ ਕੇ ਨਾਲ ਦੀ ਨਾਲ ਪਿਨ ਅਪ ਕਰਦੇ ਰਵਾਂਗੇ ਔਰ ਡੰਮੀ ਦੀ ਫਿਟਿੰਗ ਦੇ ਅਕੋਰਡਿੰਗਲੀ ਇਹਨੂੰ ਪ੍ਰੋਪਰ ਫਿਟਿੰਗ ਦਿੰਦੇ ਰਵਾਂਗੇ। ਥਰਡ ਸਟੈਪ ਦੇ ਵਿੱਚ ਆਪਾਂ ਕੀ ਕਰਾਂਗੇ, once the desired design is achieved, ਜਿਵੇਂ ਇਸ ਡੰਮੀ 'ਚ ਤੁਸੀਂ ਦੇਖ ਰਹੇ ਹੋ ਜੋ ਸਾਨੂੰ ਡਿਜ਼ਾਈਨ ਚਾਹੀਦਾ ਸੀ, ਅਸੀਂ ਉਹਦੇ ਅਕੋਰਡਿੰਗਲੀ ਡੰਮੀ ਦੇ ਉੱਤੇ ਆਪਣੇ ਡਿਜ਼ਾਈਨ ਨੂੰ ਸੈੱਟ ਕਰ ਲਿਆ। ਪਿਨ ਲੱਗੇ ਹੋਏ ਨੇ। while still on the dress form to indicate where the seam lines, darts, etc. are located on the fabric. ਜਿਵੇਂ ਕਿ seam lines ਹੋ ਗਈਆਂ, darts ਹੋ ਗਈਆਂ, ਉਹਨਾਂ ਨੂੰ ਅਸੀਂ ਡਰੈਸ ਫਾਰਮ ਦੇ ਉੱਤੇ ਅੱਛੀ ਤਰ੍ਹਾਂ ਲੋਕੇਟ ਕਰ ਦਿੱਤਾ। ਜਿਵੇਂ ਸਾਈਡ ਤੇ ਤੁਹਾਨੂੰ ਗੈਦਰਸ ਜਿਹੜੇ ਗਲੇ ਦੇ ਉੱਤੇ ਫਾਲ ਪਈ ਹੋਈ ਹੈ ਗਾਰਮੈਂਟ ਦੀ, ਸਭ ਤੋਂ ਪਹਿਲਾਂ ਅਸੀਂ ਉਹਦੇ ਤੇ ਨਿਸ਼ਾਨ ਲਗਾਇਆ, ਨੀਚੇ ਡਾਟ ਦਾ ਨਿਸ਼ਾਨ ਲਗਾਇਆ। ਉਹਦੇ ਤਰੀਕੇ ਨਾਲ ਅਸੀਂ ਡਰੈਸ ਫਾਰਮ ਦੇ ਉੱਤੇ ਕੱਪੜੇ ਨੂੰ ਪਿਨ ਅਪ ਕਰ ਦਿੱਤਾ। And fourthly, when marking is finished, ਜਦੋਂ ਸਾਡੀ ਮਾਰਕਿੰਗ ਖਤਮ ਹੋ ਗਈ, the muslin is removed from the dress form and laid flat on a table for drawing. ਜਦੋਂ ਸਾਡਾ ਸਾਰਾ ਹੋ ਗਿਆ, ਉੱਥੇ ਅਸੀਂ ਜਿੱਥੇ ਅਸੀਂ ਪਿਨ ਅਪ ਕੀਤਾ ਸੀ ਉੱਥੇ ਅਸੀਂ ਨਿਸ਼ਾਨ ਲਗਾ ਕੇ ਕੱਪੜੇ ਨੂੰ ਡੰਮੀ ਤੋਂ ਉਤਾਰ ਕੇ ਇੱਕ ਕੱਪੜੇ ਦੇ ਉੱਤੇ ਟੇਬਲ ਦੇ ਉੱਤੇ ਅਸੀਂ ਉਹਨੂੰ ਵਿਛਾ ਲੈਣਾ। ਵਿਛਾ ਕੇ ਫਿਰ ਅਸੀਂ ਇੱਕ ਪ੍ਰੋਸੈਸ ਹੁੰਦਾ, ਉਹਨੂੰ ਕਿਹਾ ਜਾਂਦਾ ਹੈ drawing. Drawing is the process of using rulers and design curves to connect, smooth out and finalize the markings. ਜਿਹੜੇ ਅਸੀਂ ਡੰਮੀ ਦੇ ਉੱਤੇ ਕੱਪੜੇ ਨੂੰ ਫੋਲਡ ਕਰਦੇ ਹੋਏ ਮਾਰਕ ਲਗਾਏ ਸੀ, ਉੱਥੇ ਅਸੀਂ ਕੱਪੜੇ ਨੂੰ ਵਿਛਾ ਕੇ ਉੱਥੇ ਆਰਟ ਕਰਵਸ ਦੀ ਸਕੇਲਸ ਦੀ ਹੈਲਪ ਦੇ ਨਾਲ ਅਸੀਂ ਉਹਨੂੰ ਮਾਰਕਿੰਗ ਨੂੰ ਕਰਨਾ ਸ਼ੁਰੂ ਕਰਾਂਗੇ ਤਾਂ ਜੋ ਅਸੀਂ ਪੈਟਰਨ ਨੂੰ ਤਿਆਰ ਕਰ ਸਕੀਏ ਔਰ ਅਸੀਂ ਆਪਣੇ ਪੈਟਰਨ ਨੂੰ ਫਾਈਨਲ ਕਰ ਸਕੀਏ। ਇਸ ਤੋਂ ਬਾਅਦ once drawing is complete, seam lines are added and excess material is cut away. ਜਦੋਂ ਸਾਡੀ drawing ਪੂਰੀ ਹੋ ਗਈ, seam lines ਨੂੰ ਅਸੀਂ ਐਡ ਕਰਤਾ, means ਕਿ ਅਸੀਂ ਵਿੱਚ margins ਐਡ ਕਰ ਲਏ, ਫਾਲਤੂ ਦਾ ਕੱਪੜਾ ਅਸੀਂ ਜਿੰਨਾ ਸੀ ਉਹਨੂੰ ਅਸੀਂ ਕੱਟ ਦਿੱਤਾ। The muslin is then pinned together with all darts pinned and placed back on the dress form to check the fit accuracy to drape any additional parts of the garment. ਅਸੀਂ ਉਹਦੇ ਵਿੱਚ ਕੀ ਕਰਾਂਗੇ, ਸਾਡੀ ਬੋਡੀਜ਼ ਦਾ ਇੱਕ ਪਾਸਾ ਦੁਬਾਰਾ ਤੋਂ ਅਸੀਂ ਡੰਮੀ ਦੇ ਉੱਤੇ ਲਗਾਵਾਂਗੇ ਫਿਟਿੰਗ ਚੈੱਕ ਕਰਨ ਦੇ ਲਈ ਕਿ ਜਿੱਥੇ ਅਸੀਂ ਨਿਸ਼ਾਨ ਲਗਾਇਆ ਜਾਂ ਅਸੀਂ ਜਿੱਥੇ ਸੀਮਸ ਲਗਾਈਆਂ ਉਹ ਸਾਰਾ ਸਾਡਾ ਫਾਈਨਲ ਕਰਨ ਤੋਂ ਪਹਿਲਾਂ ਅਸੀਂ ਇਹ ਦੇਖਾਂਗੇ ਕਿ ਸਾਡੀ ਫਿਟਿੰਗ ਪ੍ਰੋਪਰ ਵੀ ਆ ਰਹੀ ਹੈ ਜਾਂ ਨਹੀਂ। ਜਿਵੇਂ ਕਿ ਸਲਾਈਡ 'ਚ ਤੁਸੀਂ ਦੇਖ ਰਹੇ ਹੋ, ਅਸੀਂ ਕੱਪੜੇ ਦੀ ਇੱਕ ਸਾਈਡ ਨੂੰ ਤਿਆਰ ਕਰਕੇ ਡੰਮੀ ਦੇ ਉੱਤੇ ਪਹਿਨਾਇਆ ਗਿਆ ਔਰ ਇਹਨੂੰ ਪਿਨ ਅਪ ਕੀਤਾ ਗਿਆ ਫਿਟਿੰਗ ਚੈੱਕ ਕਰਨ ਦੇ ਲਈ। Once all pieces of the garment are draped, they all are pinned together and placed on the dress form to check for the fit accuracy. ਇਹਦੇ ਵਿੱਚ ਸਾਈਡ ਤੋਂ ਦਿਖਾਇਆ ਗਿਆ ਕਿ ਜਦੋਂ ਸਾਡਾ ਸਾਰਾ ਮਾਰਕਿੰਗ ਵਗੈਰਾ ਹੋ ਗਈ, ਪਿਨ ਅਪ ਹੋ ਗਿਆ, ਤਾਂ ਅਸੀਂ ਸਾਈਡ ਤੋਂ ਵੀ ਉਹਦੀ ਫਿਟਿੰਗ ਚੈੱਕ ਕਰਨ ਲਈ, ਫਿਟਿੰਗ ਐਕੂਰੇਸੀ ਚੈੱਕ ਕਰਨ ਲਈ ਦੁਬਾਰਾ ਤੋਂ ਕੱਪੜੇ ਨੂੰ ਡੰਮੀ ਦੇ ਉੱਤੇ ਲਗਾ ਸਕਦੇ ਹਾਂ। When the apparel designer is satisfied with the look and fit of the pin garment, the muslin is removed from the dress form, pressed flat, and all seam lines, grain lines, marking, notches, etc. are transferred to paper, creating the swing pattern for the garment. ਜਦੋਂ ਦੁਬਾਰਾ ਤੋਂ ਫਿਟਿੰਗ ਚੈੱਕ ਕਰਨ ਤੋਂ ਬਾਅਦ ਡਿਜ਼ਾਈਨਰ ਹੈ ਜਿਹੜਾ ਉਹ ਪੂਰੀ ਤਰ੍ਹਾਂ ਸੈਟੀਸਫਾਈਡ ਹੋ ਗਿਆ, ਉਹਨੂੰ ਪੂਰੀ ਤਸੱਲੀ ਹੋ ਗਈ ਕਿ ਮੇਰੀ ਜਿਹੜੀ ਡਰੈਸ ਦੀ ਲੁੱਕ
ਉਹ ਬਿਲਕੁਲ ਠੀਕ ਹੈ ਜਿਸ ਤਰ੍ਹਾਂ ਦੀ ਮੈਂ ਸੋਚੀ ਸੀ ਔਰ ਇਹਦੀ ਫਿਟਿੰਗ ਵੀ ਸਹੀ ਆ ਰਹੀ ਹੈ ਡੰਮੀ ਦੇ ਉੱਤੇ। ਤਾਂ ਉਸ ਤੋਂ ਬਾਅਦ ਵਿੱਚ ਦੁਬਾਰਾ ਉਸਨੂੰ ਉਤਾਰ ਕੇ ਉਹਨੂੰ ਡਰੈਸ ਫਾਰਮ ਨੂੰ ਦੁਬਾਰਾ ਪ੍ਰੈਸ ਕੀਤਾ ਜਾਂਦਾ ਤੇ ਸਾਰੀਆਂ ਸੀਮ ਲਾਈਨਸ, ਗ੍ਰੇਨ ਲਾਈਨਸ, ਮਾਰਕਿੰਗਸ, ਨੋਚਿਸ ਵਗੈਰਾ ਨੂੰ ਜਿਹੜਾ ਪੇਪਰ ਹੈ ਉਹਦੇ ਤੇ ਟ੍ਰਾਂਸਫਰ ਕੀਤਾ ਜਾਂਦਾ ਹੈ ਇੱਕ ਫਾਈਨਲ ਪੈਟਰਨ ਪੇਪਰ ਨੂੰ ਤਿਆਰ ਕਰਨ ਦੇ ਲਈ, ਤਾਂ ਜੋ ਕੱਪੜਾ ਸਟਿਚਿੰਗ ਕਰਨ ਦੇ ਲਈ ਅਸੀਂ ਹੋਰ ਪੈਟਰਨ ਤਿਆਰ ਕਰ ਸਕੀਏ। While draping for apparel design may seem like a daunting and tedious approach to creating patterns, it's actually one of the more creative parts of the fashion design process. Apparel designers can experiment with fabric and decide where to place darts, tucks, and other design elements. ਜਦੋਂ ਅਸੀਂ ਡ੍ਰੇਪਿੰਗ ਕਰਦੇ ਹਾਂ ਇਹ ਦੇਖਣ ਨੂੰ ਬਹੁਤ ਈਜ਼ੀ ਲੱਗਦਾ ਪਰ ਇਹ ਇੰਨਾ ਆਸਾਨ ਨਹੀਂ ਹੁੰਦਾ। ਕਿਸੇ ਚੀਜ਼ ਨੂੰ ਪੈਟਰਨ ਨੂੰ ਤਿਆਰ ਕਰਨਾ ਇਹ ਬਹੁਤ ਔਖਾ ਪ੍ਰੋਸੈਸ ਹੁੰਦਾ ਹੈ, ਪਰ ਇਸ ਦੇ ਵਿੱਚ ਜਿਹੜੇ ਐਕਸਪਰਟਸ ਹੁੰਦੇ ਆ ਉਹ ਜਦੋਂ ਉਹਨਾਂ ਨੂੰ ਪੂਰੀ ਤਰ੍ਹਾਂ ਪ੍ਰੈਕਟਿਸ ਹੋ ਜਾਂਦੀ ਹੈ ਤਾਂ ਉਹ ਆਪਣੇ ਤਰੀਕੇ ਨਾਲ ਵਧੀਆ ਤੋਂ ਵਧੀਆ ਡਿਜ਼ਾਈਨਸ ਆ ਜਿਹੜੇ ਉਹ ਕ੍ਰੀਏਟ ਕਰ ਲੈਂਦੇ ਆ ਔਰ ਉਹ ਐਕਸਪੈਰੀਮੈਂਟ ਕਰਦੇ ਰਹਿੰਦੇ ਆ ਨਵੇਂ ਅਲੱਗ-ਅਲੱਗ ਤਰੀਕਿਆਂ ਦੇ ਫੈਬਰਿਕ, ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਫੈਬਰਿਕਸ ਆ ਉਹਨਾਂ ਦੇ ਨਾਲ ਔਰ ਹਮੇਸ਼ਾ ਅਲੱਗ-ਅਲੱਗ ਨਵੇਂ ਡਿਜ਼ਾਈਨ ਕ੍ਰੀਏਟ ਕਰਨ ਵਾਸਤੇ ਅਲੱਗ-ਅਲੱਗ ਤਰੀਕੇ ਨਾਲ ਡਾਟਸ, ਟਕਸ ਤੇ ਹੋਰ ਡਿਜ਼ਾਈਨ ਐਲੀਮੈਂਟਸ ਦੀ ਵਰਤੋਂ ਕਰਕੇ ਨਵੇਂ ਤਰੀਕਿਆਂ ਦੇ ਡਿਜ਼ਾਈਨ ਉਹ ਕ੍ਰੀਏਟ ਕਰਦੇ ਰਹਿੰਦੇ ਆ। Playing with the way fabric folds and hangs on the body is a fun way to create new fashion designs that you would not have thought of sitting in front of a sketchbook. ਕੱਪੜਿਆਂ ਨੂੰ ਨਵੇਂ ਤਰੀਕੇ ਨਾਲ ਫੋਲਡ ਕਰਨਾ ਤੇ ਹੈਂਗ ਕਰਨਾ ਇੱਕ ਡਿਜ਼ਾਈਨਰਸ ਲਈ ਫਨ ਹੁੰਦਾ ਹੈ। ਉਹ ਆਪਣੇ ਇਸ ਫਨ ਦੇ ਨਾਲ ਨਵੇਂ ਤਰੀਕਿਆਂ ਦੇ ਡਿਜ਼ਾਈਨ ਕ੍ਰੀਏਟ ਕਰਦੇ ਰਹਿੰਦੇ ਆ ਪਰ ਇਹ ਇੰਨਾ ਈਜ਼ੀ ਨਹੀਂ ਹੁੰਦਾ ਕਿ ਜਿਵੇਂ ਅਸੀਂ ਆਰਾਮ ਨਾਲ ਬੈਠ ਕੇ ਸਕੈਚ ਬੁੱਕ ਦੇ ਉੱਤੇ ਕੋਈ ਵੀ ਡਿਜ਼ਾਈਨ ਅਸੀਂ ਡਰਾ ਕਰ ਲਿਆ, ਉਸਦੇ ਨਾਲੋਂ ਇਹ ਚੀਜ਼ ਬਹੁਤ ਅਲੱਗ ਹੁੰਦੀ ਹੈ ਕਿ ਅਸੀਂ ਡ੍ਰਿਪਿੰਗ ਕਰਦੇ ਹੋਏ ਇੱਕ ਨਵਾਂ ਡਿਜ਼ਾਈਨ ਕ੍ਰੀਏਟ ਕਰਨਾ। In high fashion, couture fashion houses, evening and lingerie companies, most garments are created through dripping. ਅੱਜ ਕੱਲ ਜਿਹੜੇ ਹਾਈ ਫੈਸ਼ਨ ਸਟੋਰਸ ਹੁੰਦੇ ਆ, ਫੈਸ਼ਨ ਹਾਊਸਿਸ ਆ, ਉਹਨਾਂ ਵਿੱਚ ਈਵਨਿੰਗ ਗਾਊਨਸ ਤੇ ਲਿੰਗਰੀਜ਼ ਜਿਹੜੇ ਸਵਿਮ ਸੂਟਸ ਹੁੰਦੇ ਆ ਉਹ ਅੱਜ ਕੱਲ ਡ੍ਰਿਪਿੰਗ ਦੇ ਥਰੂ ਹੀ ਕ੍ਰੀਏਟ ਕੀਤੇ ਜਾਂਦੇ ਆ, ਡ੍ਰਿਪਿੰਗ ਦੇ ਥਰੂ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ। When draping a garment, the designer can immediately see what her apparel design will look on the body and immediately correct any fit or design problems before putting anything down on paper. ਇਹਦੇ ਨਾਲ ਡ੍ਰਿਪਿੰਗ ਦੇ ਨਾਲ ਸਭ ਤੋਂ ਵੱਡਾ ਡਿਜ਼ਾਈਨਰਸ ਨੂੰ ਫਾਇਦਾ ਕੀ ਹੁੰਦਾ ਹੈ, ਜਿਸ ਤਰ੍ਹਾਂ ਕਿ ਉਹਨੇ ਕੋਈ ਵੀ ਡਿਜ਼ਾਈਨ ਅਸੀਂ ਡਰਾ ਕੀਤਾ ਜਾਂ ਉਹਦੀ ਸੋਚ ਵਿੱਚ ਕੋਈ ਵੀ ਡਿਜ਼ਾਈਨ ਆ ਗਿਆ ਤਾਂ ਡ੍ਰਿਪਿੰਗ ਇੱਕ ਸਭ ਤੋਂ ਵਧੀਆ ਇੱਕ ਵੇ ਹੈਗਾ ਆਪਣੀ ਜਿਹੜੀ ਡਿਜ਼ਾਈਨ ਹੈ ਉਹਦੀ ਆਊਟਲੁੱਕ ਨੂੰ ਦੇਖਣ ਦਾ। ਸਭ ਤੋਂ ਪਹਿਲਾਂ ਡਿਜ਼ਾਈਨਰ ਇੱਕ ਕੱਪੜਾ ਲੈ ਕੇ ਉਹਨੂੰ ਡ੍ਰਿਪਿੰਗ ਦੇ ਥਰੂ ਫਟਾਫਟ ਇੱਕੋ ਦਮ ਸੋਚ ਕੇ ਉਹਦੀ ਆਊਟਲੁੱਕ ਦੇਖ ਲੈਂਦਾ ਕਿ ਇਹ ਮੇਰਾ ਡਿਜ਼ਾਈਨ ਜਿਹੜਾ ਮੈਂ ਸੋਚਿਆ ਉਹ ਠੀਕ ਲੱਗੇਗਾ ਜਾਂ ਨਹੀਂ ਲੱਗੇਗਾ, ਇਹਦੇ ਵਿੱਚ ਡਿਜ਼ਾਈਨਿੰਗ ਕਰਦੇ ਹੋਏ ਜਾਂ ਫਿਟਿੰਗ ਕਰਦੇ ਹੋਏ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ। ਇਹ ਤੋਂ ਪਹਿਲਾਂ ਕਿ ਉਹ ਪੈਟਰਨ ਪੇਪਰ ਤਿਆਰ ਕਰੇ ਉਸ ਤੋਂ ਪਹਿਲਾਂ ਉਹ ਡਰੈਸ ਫਾਰਮ ਤੇ ਆਪਣੀ ਜਿਹੜੀ ਕ੍ਰੀਏਸ਼ਨ ਹੈ, ਜੋ ਸੋਚ ਰਿਹਾ, ਜੋ ਕ੍ਰੀਏਟੀਵਿਟੀ ਹੈ, ਉਹਨੂੰ ਡਰੈਸ ਫਾਰਮ ਦੀ ਹੈਲਪ ਦੇ ਨਾਲ ਚੈੱਕ ਕਰ ਸਕਦਾ ਹੈ ਕਿ ਮੇਰਾ ਇਹ ਡਿਜ਼ਾਈਨ ਅਸਲੀ ਰੂਪ ਵਿੱਚ ਕਿਸ ਤਰ੍ਹਾਂ ਦਾ ਲੱਗੇਗਾ। ਹੁਣ ਅਸੀਂ ਗੱਲ ਕਰਦੇ ਹਾਂ ਮੈਕੈਨਿਜ਼ਮ ਆਫ ਡ੍ਰਿਪਿੰਗ ਬਾਰੇ। Designers have to consider lot of aspects when they are dripping the fabrics. Designers ਨੂੰ ਕਾਫੀ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਜਦੋਂ ਕੱਪੜਿਆਂ ਨੂੰ ਡ੍ਰਿਪ ਕਰਦੇ ਆ। The material and GSM of a fabric can significantly modify the way it drapes on a garment. ਕੱਪੜਾ ਅਸੀਂ ਮਟੀਰੀਅਲ ਜਿਹੜਾ ਯੂਜ਼ ਕਰਦੇ ਆ ਤੇ ਕੱਪੜੇ ਦਾ ਜਿਹੜਾ weight ਹੁੰਦਾ ਹੈ ਇਹ ਇੱਕ ਮਹੱਤਵਪੂਰਨ ਰੋਲ ਕਰਦਾ ਹੈ ਡ੍ਰਿਪਿੰਗ ਕਰਦੇ ਹੋਏ। The materials like chiffon, satin, and silk are rather usually considered in wrapping draped clothing. Some other materials can also be used as well. More inflexible fabrics are unsuitable for this draping effect. Draping ਵਿੱਚ ਸਭ ਤੋਂ ਵਧੀਆ ਕੱਪੜੇ ਦੀ ਫਾਲ ਕਿਹਨਾਂ ਦੀ ਆਉਂਦੀ ਹੈ? Chiffon, satin ਤੇ silk ਆਮ ਤੌਰ ਤੇ ਕੱਪੜਿਆਂ ਨੂੰ ਜਿਹੜੇ ਡ੍ਰੇਪ ਕਰਦੇ ਆ ਉਹਨਾਂ ਨੂੰ ਡ੍ਰੇਪਿੰਗ ਵਾਸਤੇ ਯੂਜ਼ ਕੀਤਾ ਜਾਂਦਾ ਔਰ ਇਹ ਵਧੀਆ ਤਰੀਕੇ ਨਾਲ ਇਹਨਾਂ ਦੀ ਡ੍ਰੇਪਿੰਗ ਹੋ ਜਾਂਦੀ ਹੈ।
पर कुछ ਜਿਹੜੇ ਇਨਫਲੈਕਸੀਬਲ ਕੱਪੜੇ ਹੁੰਦੇ ਆ ਜਿਨ੍ਹਾਂ ਦੀ ਸਟਿਫ ਲੁੱਕ ਹੁੰਦੀ ਹੈ ਉਹਨਾਂ ਨੂੰ ਡ੍ਰੇਪਿੰਗ ਵਾਸਤੇ ਅਨਸੂਟੇਬਲ ਮੰਨਿਆ ਜਾਂਦਾ ਹੈ। However, most of the designers would have a preference to experiment with fabrics to check how they have. Designers ਸਭ ਤੋਂ ਪਹਿਲਾਂ ਜਦੋਂ ਵੀ ਕਿਸੇ ਕੱਪੜੇ ਨੂੰ ਤਿਆਰ ਕਰਨਾ ਹੁੰਦਾ ਹੈ, ਜਿਵੇਂ ਕਿ ਤੁਸੀਂ ਸਲਾਈਡਸ ਦੇਖਦੇ ਹੋ, ਫਸਟ ਨੰਬਰ, ਸੈਕਿੰਡ ਨੰਬਰ, ਥਰਡ ਤੇ ਫੋਰਥ, ਚਾਰਾਂ ਦਾ ਅਲੱਗ-ਅਲੱਗ ਡਿਜ਼ਾਈਨ ਹੈ ਡੰਮੀਜ਼ ਦੇ ਉੱਤੇ। ਜਿਵੇਂ ਰੋਜ਼ਿਸ ਨੂੰ ਇਫੈਕਟ ਕੀਤਾ ਗਿਆ ਹੈ ਜਾਂ ਫਿਲਿੰਗ ਇਫੈਕਟ ਦਿੱਤਾ ਗਿਆ, ਇਹਨਾਂ ਸਾਰਿਆਂ ਨੂੰ ਚੈੱਕ ਕਰਨ ਵਾਸਤੇ ਸਭ ਤੋਂ ਪਹਿਲਾਂ ਉਹ ਇਹ ਪ੍ਰੈਫਰ ਕਰਦੇ ਆ ਕਿ ਸਭ ਤੋਂ ਪਹਿਲਾਂ ਅਸੀਂ ਮਲਮਲ ਦੇ ਕੱਪੜੇ ਦੇ ਨਾਲ ਇਹਨਾਂ ਨੂੰ, ਜਿਹੜਾ ਕੱਪੜੇ ਦੀ ਫਾਲ ਹੈ ਜਾਂ ਕੱਪੜੇ ਦੀ ਟਿਕ ਹੋਏਗੀ, ਸਭ ਤੋਂ ਪਹਿਲਾਂ ਇਹਨੂੰ ਚੈੱਕ ਕਰ ਲਿਆ ਜਾਵੇ। There are some specific ways to check the fabric's dripping mode. ਇੱਥੇ ਕੁਝ ਅਲੱਗ-ਅਲੱਗ ਤਰੀਕਿਆਂ ਨਾਲ ਇਹਨਾਂ ਨੂੰ ਚੈੱਕ ਕੀਤਾ ਜਾ ਸਕਦਾ ਹੈ। This can be over either by identifying the thickness and stiffness of the fabric sample or the method of using a tool called the as drape meter. ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੀ ਪਹਿਚਾਣ ਕੀਤੀ ਜਾ ਸਕਦੀ ਹੈ ਕੱਪੜੇ ਦੀ ਸਟਿਫਨੈਸ ਦੀ, ਕੱਪੜੇ ਦੀ ਮੋਟਾਈ ਦੀ, ਜਿਹੜਾ ਥਿਕਨੈਸ ਹੁੰਦਾ ਹੈ, ਉਹਨਾਂ ਚੀਜ਼ਾਂ ਦੀ ਆਪਾਂ ਚੈਕਿੰਗ ਕਰ ਸਕਦੇ ਹਾਂ। ਉਸ ਟੂਲ ਨੂੰ, ਜਿਨ੍ਹਾਂ ਚੀਜ਼ਾਂ ਨਾਲ ਉਹਨੂੰ ਚੈੱਕ ਕੀਤਾ ਜਾਂਦਾ, ਉਸਨੂੰ ਡ੍ਰੇਪ ਮੀਟਰ ਕਿਹਾ ਜਾਂਦਾ। As John Galliano said, it is basically related to engineering rather than anything else. John Galliano ਇੱਕ ਫੇਮਸ ਸਾਡੇ ਫੈਸ਼ਨ ਸਟਾਈਲਿਸਟ ਹੋਇਆ ਜਿਨ੍ਹਾਂ ਨੇ ਕਿਹਾ ਹੈ ਕਿ ਇਹ ਜਿਹੜੀ ਡ੍ਰੇਪਿੰਗ ਹੈ ਇਹ ਬੇਸਿਕਲੀ ਇੰਜੀਨੀਅਰਿੰਗ ਦੇ ਨਾਲ ਅਸੀਂ ਇਹਨੂੰ ਕੋਰਿਲੇਟ ਕਰ ਸਕਦੇ ਹਾਂ, ਕਿਉਂਕਿ ਡ੍ਰੇਪਿੰਗ ਕਰਨਾ ਇਟ ਇਜ਼ ਨੋਟ ਸੋ ਈਜ਼ੀ ਪ੍ਰੋਸੈਸ। ਇਹ ਬਹੁਤ ਔਖਾ ਪ੍ਰੋਸੈਸ ਹੈ। ਜਿਵੇਂ ਕਿ ਤੁਸੀਂ ਸਲਾਈਡ ਵਿੱਚ ਦੇਖਦੇ ਹੋ, ਇੱਕ ਡਰੈਸ ਹੈ ਜਿਸਨੂੰ ਕਿ ਸ਼ੋਲਡਰ ਤੋਂ ਲੈ ਕੇ ਵੇਸਟ ਤੱਕ ਪਲੀਟਸ ਪਾਈਆਂ ਗਈਆਂ, ਉਹ ਤੋਂ ਬਾਅਦ ਇਹਨੂੰ ਕਰਵਸ ਦੀ ਹੈਲਪ ਦੇ ਨਾਲ ਫਲਾਵਰਸ ਦੀ ਸ਼ੇਪ ਵਿੱਚ ਰੋਲ ਆਊਟ ਕਰਕੇ ਇੱਕ ਬਹੁਤ ਇੰਪ੍ਰੈਸਿਵ, ਇੱਕ ਬਹੁਤ ਬਿਊਟੀਫੁਲ ਡਰੈਸ ਦੇ ਰੂਪ ਵਿੱਚ ਇਹਨੂੰ ਤਿਆਰ ਕੀਤਾ ਗਿਆ। ਸੋ ਇਟ ਇਜ਼ ਨਾਟ easy process. It's about finding the limits of what is possible to drape fabric cotton. ਇਹ ਕੀ ਹੁੰਦਾ ਹੈ? ਇੱਕ ਲਿਮਿਟਸ ਨੂੰ ਚੈੱਕ ਕਰਨਾ, ਇੱਕ ਲਿਮਿਟਸ ਨੂੰ ਲੱਭਣਾ ਕਿ ਇਹ ਜਿਹੜੀ ਡਰੈਸ ਅਸੀਂ ਤਿਆਰ ਕਰ ਰਹੇ ਹਾਂ ਇਹ ਬੋਡੀ ਦੇ ਉੱਤੇ ਕਿਸ ਤਰ੍ਹਾਂ ਦੀ ਲੱਗੇਗੀ। What is contouring? ਹੁਣ ਅਸੀਂ ਡ੍ਰੇਪਿੰਗ ਦੀ ਜਦੋਂ ਗੱਲ ਕਰਦੇ ਹਾਂ ਉੱਥੇ ਕੰਟਿਊਰ ਡ੍ਰੇਪਿੰਗ ਬਾਰੇ ਜ਼ਰੂਰ ਗੱਲ ਕਰਨਾ ਚਾਹਾਂਗੇ। What is contouring? Contouring refers to fitting a pattern closer to body than a basic pattern contouring. Contouring ਕੀ ਹੁੰਦੀ ਹੈ? ਇਹ ਇੱਕ ਫਿਟਿੰਗ ਪੈਟਰਨ ਹੁੰਦਾ ਹੈ ਜਿਹੜਾ ਕਿ ਅਸੀਂ ਆਮ ਡ੍ਰੇਪਿੰਗ ਤੋਂ ਇਲਾਵਾ ਜਿਹੜੀ ਸਾਡੀ ਬੋਡੀ ਦੀ ਬਹੁਤ ਜ਼ਿਆਦਾ ਕਲੋਜ਼ ਫਿਟਿੰਗ ਹੁੰਦੀ ਹੈ ਉਸਨੂੰ ਚੈੱਕ ਕਰਨ ਲਈ ਜਿਹੜਾ ਬੇਸਿਕ ਪੈਟਰਨ ਤਿਆਰ ਕੀਤਾ ਜਾਂਦਾ ਹੈ ਉਹਨੂੰ contouring ਕਿਹਾ ਜਾਂਦਾ ਹੈ। It is a technique of reducing the patterns within its framework to fit the contours of the upper torso closer than does the basic garment. The pattern must be reduced to fit the dimensions of the body above, below, and in between the bust mounts and shoulder blades. ਇਹ ਕੀ ਹੈ? It is a ਟੈਕਨੀਕ। ਇਹ ਇਸ ਤਰ੍ਹਾਂ ਦੀ ਟੈਕਨੀਕ ਹੈ ਜਿਹੜੇ ਕਿ ਅਸੀਂ ਪੈਟਰਨ ਤਿਆਰ ਕੀਤੇ ਆ ਉਹਨਾਂ ਨੂੰ ਰਿਡਿਊਸ ਕਰਨਾ, ਮੀਨਸ ਕਿ ਉਹਨਾਂ ਨੂੰ ਘੱਟ ਕਰਨਾ, ਜਿਹਦੇ ਨਾਲ ਕਿ ਸਾਡੀ ਬੋਡੀ ਦਾ ਜਿਹੜਾ ਅੱਪਰ ਪਾਰਟ ਹੈ ਜਾਂ ਲੋਅਰ ਪਾਰਟ ਹੈ ਉਹਦੇ ਵਿੱਚ ਅਸੀਂ ਬੈਸਟ ਫਿਟਿੰਗ ਅਸੀਂ ਕਿਵੇਂ ਲਿਆ ਸਕਦੇ ਹਾਂ। ਜਿਵੇਂ ਕਿ ਸਾਡੇ ਸ਼ੋਲਡਰ ਪਲੇਟਸ ਹੈ ਜਾਂ ਬਸਟ, ਲੇਡੀਜ਼ ਵਿੱਚ ਬਸਟ ਮਾਊਂਟਸ ਦੇ ਵਿੱਚ ਜਿਹੜਾ ਗੈਪ ਹੁੰਦਾ ਹੈ ਜਾਂ ਉਹਨਾਂ ਵਿੱਚ ਅਸੀਂ ਬਸਟ ਤੇ ਵੇਸਟ ਦੇ ਵਿੱਚ ਅਸੀਂ ਪ੍ਰੋਪਰ ਫਿਟਿੰਗ ਅਸੀਂ ਕਿਵੇਂ ਲਿਆ ਸਕਦੇ ਹਾਂ। That is called contouring. ਇਹ ਸਲਾਈਡ ਵਿੱਚ ਅਸੀਂ ਦੇਖ ਸਕਦੇ ਹਾਂ ਜਿਵੇਂ ਕੰਪਿਊਟਰ ਕੈਡ ਦੀ ਹੈਲਪ ਦੇ ਨਾਲ contouring ਕੀਤੀ ਜਾ ਰਹੀ ਹੈ। ਜਿਵੇਂ ਸਲਾਈਡ ਦੇ ਵਿੱਚ ਫਰੰਟ ਸਾਈਡ, ਸਾਈਡ ਵੇ ਔਰ ਫਰੰਟ ਤੋਂ ਅਲੱਗ-ਅਲੱਗ ਜਗ੍ਹਾ ਤੇ contour ਲਾਈਨਸ ਨੂੰ ਲਗਾਇਆ ਗਿਆ, ਜਿਹਦੇ ਨਾਲ ਕਿ ਜਿਹੜਾ ਕੱਪੜਾ ਹੈ ਉਹਦੇ ਵਿੱਚ ਅਸੀਂ ਉਹ ਲਾਈਨਸ ਨੂੰ ਐਡਿਟ ਕਰਕੇ ਕੱਪੜੇ ਨੂੰ ਵਧੀਆ ਤਰੀਕੇ ਨਾਲ ਫਿਟਿੰਗ ਦੇ ਸਕਦੇ ਹਾਂ। ਇਹ 2D ਪੈਟਰਨਸ ਹੈ ਜਿਸ ਵਿੱਚ ਕਿ ਜਿਹੜਾ ਸ਼ੋਲਡਰ ਤੋਂ ਲੈ ਕੇ ਬਸਟ ਤੱਕ ਜਿਹੜਾ ਪਲੀਟ ਪਾਇਆ ਗਿਆ ਉਹਨੂੰ ਕਿਵੇਂ ਖੋਲਣਾ ਹੈ ਔਰ ਸਕਰਟ ਦੇ ਵਿੱਚ ਜਿਹੜੀ ਸਾਡੀ ਸਾਈਡ ਤੋਂ ਵੇਸਟ ਦੀ ਫਿਟਿੰਗ ਹੈ ਜਾਂ ਫਰੰਟ ਦੀ ਫਿਟਿੰਗ ਹੈ, ਸਾਈਡ ਦੀ ਫਿਟਿੰਗ ਹੈ, ਉਹਨੂੰ ਪ੍ਰੋਪਰ ਤਰੀਕੇ ਨਾਲ ਅਸੀਂ ਵੈਲ ਫਿਟਡ ਗਾਰਮੈਂਟ ਕਿਸ ਤਰ੍ਹਾਂ ਬਣਾਉਣਾ ਹੈ, ਇਹਨੂੰ ਹੀ contouring ਕਿਹਾ ਜਾਂਦਾ ਹੈ।
ਹੁਣ ਮੈਂ ਤੁਹਾਨੂੰ ਕੁਝ ਐਗਜ਼ਾਮਪਲਸ ਦੇਣਾ ਚਾਹਾਂਗੀ ਡਰੈਸਸ ਜਿਨ੍ਹਾਂ ਵਿੱਚ ਕਿ ਡ੍ਰਿਪਿੰਗ ਦੀ ਹੈਲਪ ਦੇ ਨਾਲ ਡਰੈਸਸ ਨੂੰ ਡਿਜ਼ਾਈਨ ਕੀਤਾ ਗਿਆ ਹੈ, ਜਿਹਦੇ ਵਿੱਚ ਕਿ ਫਾਲ ਐਂਡ ਫਿਟਿੰਗ ਮੇਨ ਰੋਲ ਅਦਾ ਕਰਦੀ ਹੈ। ਇਸ ਸਲਾਈਡ ਦੇ ਵਿੱਚ 4 ਤਰ੍ਹਾਂ ਦੀਆਂ ਡਰੈਸਸ ਹੈ। ਫਸਟ ਡਰੈਸ ਦੇ ਵਿੱਚ ਸ਼ੋਲਡਰ ਤੋਂ ਲੈ ਕੇ ਅੰਗਰਖਾ ਸਟਾਈਲ ਦੇ ਨਾਲ ਇੱਕ ਫ੍ਰਿਲ ਨੂੰ ਡਿਜ਼ਾਈਨ ਕੀਤਾ ਗਿਆ ਔਰ ਨੀਚੋਂ ਦੀ ਫ੍ਰਿਲ ਦਿੱਤੀ ਹੋਈ ਹੈ ਔਰ ਇਸ ਨੂੰ ਡ੍ਰਿਪਿੰਗ ਦੀ ਹੈਲਪ ਦੇ ਨਾਲ ਡਿਜ਼ਾਈਨ ਕੀਤਾ ਗਿਆ। ਸੈਕੰਡ ਡਰੈਸ ਦੇ ਵਿੱਚ ਵੀ ਇਸ ਤਰ੍ਹਾਂ ਹੈ, ਉੱਪਰ ਤੋਂ ਲੈ ਕੇ ਨੀਚੇ ਤੱਕ ਇਹਦੇ ਵਿੱਚ ਡ੍ਰਿਪਿੰਗ ਦੀ ਹੈਲਪ ਨਾਲ ਪਲੀਟਸ ਦੀ ਹੈਲਪ ਨਾਲ ਡਰੈਸ ਨੂੰ ਡਿਜ਼ਾਈਨ ਕੀਤਾ ਗਿਆ। ਸੋ ਇਹਨਾਂ ਤਰੀਕਿਆਂ ਨਾਲ ਅਸੀਂ ਜਿਹੜੀਆਂ ਡਰੈਸਿਸ ਆ ਉਹਨਾਂ ਨੂੰ ਡਿਜ਼ਾਈਨ ਕਰ ਸਕਦੇ ਹਾਂ। ਜੇ ਅਸੀਂ ਗੱਲ ਕਰੀਏ ਇੰਡੀਅਨ ਸਾੜੀਜ਼ ਦੀ ਤਾਂ ਸਾੜੀਜ਼ ਦੇ ਵਿੱਚ ਵੀ ਅੱਜ ਕੱਲ੍ਹ ਡ੍ਰਿਪਿੰਗ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਇਸ ਸਲਾਈਡ 'ਚ ਤੁਸੀਂ ਦੇਖ ਰਹੇ ਹੋ ਅਲੱਗ-ਅਲੱਗ ਤਰੀਕਿਆਂ ਦੇ ਨਾਲ, ਜਿਵੇਂ ਸ਼ੋਲਡਰ ਤੋਂ ਲੈ ਕੇ ਜਿਹੜਾ ਸਾੜੀ ਦਾ ਪੱਲੂ ਹੈ ਔਰ ਸਾੜੀ ਦਾ ਸਭ ਤੋਂ ਬਾਟਮ ਲਾਈਨ ਹੈ, ਇੱਥੇ ਫ੍ਰਿਲਿੰਗ ਦੀ ਯੂਜ਼ ਕਰਦੇ ਹੋਏ ਫ੍ਰਿਲਿੰਗ ਦੀ ਵਰਤੋਂ ਕਰਦੇ ਹੋਏ ਆਪਣੇ ਪੱਲੂ ਨੂੰ ਵੀ ਅਲੱਗ ਤਰੀਕੇ ਨਾਲ ਇੰਪ੍ਰੈਸਿਵ ਵੇ ਨਾਲ ਉੱਪਰੋਂ ਬ੍ਰੋਚ ਦੇ ਨਾਲ ਟਾਈ ਅਪ ਕਰਕੇ ਡਿਜ਼ਾਈਨ ਕੀਤਾ ਗਿਆ। ਸੈਕਿੰਡ ਨੰਬਰ ਵਾਲੀ ਸਾੜੀ ਦੇ ਵਿੱਚ ਜਿਹੜਾ ਸਾੜੀ ਦਾ ਪੱਲੂ ਹੈ, ਇਸ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਫ੍ਰਿਲਿੰਗ ਕਰਦੇ ਹੋਏ ਡਿਜ਼ਾਈਨ ਕੀਤਾ ਗਿਆ। ਥਰਡ ਨੰਬਰ ਦੀ ਸਾੜੀ ਦੇ ਵਿੱਚ ਵੀ ਪੱਲੂ ਨੂੰ ਇਫੈਕਟਿਵ ਵੇ ਨਾਲ ਉੱਪਰ ਪੱਲੂ ਨੂੰ ਪਲੀਟਿੰਗ ਕਰਦੇ ਹੋਏ ਐਮਬ੍ਰੋਇਡਰੀ ਦੇ ਨਾਲ ਬ੍ਰੋਚ ਟਾਈਪ ਲੁੱਕ ਦੇ ਕੇ ਉਸ ਨੂੰ ਡਿਜ਼ਾਈਨ ਕੀਤਾ ਗਿਆ। ਇਹਨਾਂ ਡਰੈਸਿਸ ਦੇ ਵਿੱਚ ਵੀ ਤੁਸੀਂ ਡ੍ਰਿਪਿੰਗ ਦੀ ਵਰਤੋਂ ਦੇਖ ਸਕਦੇ ਹੋ, ਜਿਵੇਂ ਕਿ ਵੇਸਟ ਲਾਈਨ ਤੋਂ ਹਿਪ ਲਾਈਨ ਤੋਂ ਪਲੀਟਿੰਗ ਕਰਦੇ ਹੋਏ ਉਹਨੂੰ ਵੈਲ ਫਿਟਿੰਗ ਦੇ ਕੇ, ਜਿਵੇਂ ਕਿ ਸਾਡੇ ਜਿਹੜੇ ਹੀਰੋ ਹੀਰੋਇਨਸ ਹੈ ਉਹ ਇਸ ਤਰ੍ਹਾਂ ਦੀਆਂ ਡਰੈਸਿਸ ਪਾਉਂਦੇ ਆ, ਜਾਂ ਮਾਡਲਿੰਗ ਕਰਦੇ ਹੋਏ ਰੈਂਪ ਤੇ ਵਾਕ ਕਰਦੇ ਹੋਏ ਸਾਡੇ ਮਾਡਲਸ ਆਮ ਇਹਨਾਂ ਡਰੈਸਿਸ ਨੂੰ ਯੂਜ਼ ਕਰਦੇ ਆ ਤੇ ਜਿਹੜੀਆਂ ਕਿ ਪਾਈਆਂ ਹੋਈਆਂ ਬਹੁਤ ਇਫੈਕਟਿਵ ਲੱਗਦੀਆਂ। ਇਹਨਾਂ ਸਾਰਿਆਂ ਵਿੱਚ ਡ੍ਰਿਪਿੰਗ ਦੀ ਵਰਤੋਂ ਕੀਤੀ ਜਾਂਦੀ ਹੈ। ਜੇ ਅਸੀਂ ਗੱਲ ਕਰੀਏ ਜੈਂਟਸ ਗਾਰਮੈਂਟ ਦੀ ਤਾਂ ਅੱਜ ਕੱਲ੍ਹ ਜੈਂਟਸ ਗਾਰਮੈਂਟ ਵਿੱਚ ਵੀ ਡ੍ਰਿਪਿੰਗ ਦੀ ਬਹੁਤ ਜ਼ਿਆਦਾ ਵਰਤੋਂ ਹੋ ਰਹੀ ਹੈ, ਜਿਵੇਂ ਕਿ ਜਿਹੜੇ ਡਿਜ਼ਾਈਨਰ ਕੁਰਤਾਸ ਹੁੰਦੇ ਆ ਜਾਂ ਸ਼ੇਰਵਾਨੀ ਹੋ ਗਈ, ਇਹਨਾਂ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਫਸਟ ਵਿੱਚ ਇਹਦੇ ਵਿੱਚ ਇੱਕ ਪੱਲੂ, ਇੱਕ ਜਿਹੜਾ ਪੱਲੇ ਦਾ ਇੱਕ ਸਾਈਡ ਛੋਟਾ ਤੇ ਇੱਕ ਸਾਈਡ ਵੱਡਾ ਟ੍ਰਾਇੰਗੂਲਰ ਸ਼ੇਪ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਗਿਆ ਔਰ ਨੀਚੇ ਜਿਹੜੀ ਲੂੰਗੀ ਹੈ ਇਹਨੂੰ ਵੀ ਪਲੇਟਿੰਗ ਦੇ ਨਾਲ ਡ੍ਰਿਪਿੰਗ ਦੀ ਹੈਲਪ ਦੇ ਨਾਲ ਤਿਆਰ ਕੀਤਾ ਗਿਆ ਔਰ ਇਸ ਨੂੰ ਬੰਨਣ ਦੀ ਲੋੜ ਨਹੀਂ ਪੈਂਦੀ, ਇਹ ਉੱਪਰ ਤੋਂ ਰੈਡੀ ਟੂ ਵੀਅਰ ਹੁੰਦਾ। ਜਿਵੇਂ ਲੇਡੀਜ਼ ਦੇ ਸਲਵਾਰ ਵਿੱਚ ਉੱਤੇ ਪਲੀਟਸ ਪਈਆਂ ਹੁੰਦੀਆਂ, ਇਸੇ ਤਰ੍ਹਾਂ ਇਹਨਾਂ ਦੇ ਲੋਅਰ ਗਾਰਮੈਂਟ ਵਿੱਚ ਵੀ ਪਲੀਟਸ ਪਾ ਕੇ ਇਹਨੂੰ ਰੈਡੀ ਟੂ ਵੀਅਰ ਤਿਆਰ ਕੀਤਾ ਜਾਂਦਾ ਹੈ। ਸੈਕਿੰਡ ਨੰਬਰ ਵਾਲੇ ਕੁਰਤੇ 'ਚ ਤੁਸੀਂ ਦੇਖ ਸਕਦੇ ਹੋ ਸ਼ੋਲਡਰ ਤੋਂ ਲੈ ਕੇ ਵੇਸਟ ਲਾਈਨ ਤੱਕ ਇਹਨਾਂ ਨੇ ਲਾਈਕ ਜਿਵੇਂ ਸ਼ਾਲ ਟਾਈਪ ਹੁੰਦੀ ਹੈ ਉਸ ਤਰ੍ਹਾਂ ਇਹਨੂੰ ਪਲੀਟਸ ਪਾ ਕੇ ਡ੍ਰੇਪ ਕੀਤਾ ਹੋਇਆ। ਔਰ ਥਰਡ ਵਾਲੇ ਵਿੱਚ ਵੀ ਬੈਕ ਸਾਈਡ, ਬੈਕ ਸ਼ੋਲਡਰ ਤੋਂ ਲੈ ਕੇ ਵੇਸਟ ਲਾਈਨ ਤੱਕ ਪਲੀਟਿੰਗ ਦਾ ਇਫੈਕਟ ਦੇ ਕੇ ਇਹਨੂੰ ਡਿਜ਼ਾਈਨ ਕੀਤਾ ਗਿਆ ਔਰ ਫਰੰਟ ਤੋਂ ਇਸ ਨੂੰ ਜੈਕਟ ਦੀ ਸ਼ੇਪ ਦਿੱਤੀ ਗਈ ਹੈ। ਹੁਣ ਅਸੀਂ ਗੱਲ ਕਰ ਰਹੇ ਹਾਂ ਕਿਡਸ ਗਾਰਮੈਂਟ ਬਾਰੇ। ਕਿਡਸ ਗਾਰਮੈਂਟ ਵਿੱਚ ਵੀ ਡ੍ਰਿਪਿੰਗ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਕਿਡਸ ਤਾਂ ਆਮ ਤੌਰ ਤੇ ਜਿਹੜੇ ਬੱਚੇ ਆ ਕਾਰਟੂਨ ਦੇਖਣਾ ਬਹੁਤ ਲਾਈਕ ਕਰਦੇ ਆ, ਜਿਵੇਂ ਸ਼ਕਤੀਮਾਨ ਹੋ ਗਿਆ ਜਾਂ ਹੀ ਮੈਨ ਹੋ ਗਿਆ, ਬੈਟਸ ਹੋ ਗਏ, ਇਹਨਾਂ ਸਾਰੀਆਂ ਤਰੀਕਾਂ ਦੀਆਂ ਡਰੈਸਿਸ ਬੱਚੇ ਆਪਣੇ ਜਿਹੜੇ ਫੇਮਸ ਇਹਨਾਂ ਦੇ ਕਾਰਟੂਨਸ ਹੁੰਦੇ ਆ ਉਹਨਾਂ ਦੀਆਂ ਡਰੈਸਿਸ ਵੇਅਰ ਕਰਨੀਆਂ ਬਹੁਤ ਲਾਈਕ ਕਰਦੇ ਆ। ਤਾਂ ਬੱਚਿਆਂ ਦੀ ਜਿਹੜੀਆਂ ਇਸ ਤਰ੍ਹਾਂ ਦੀਆਂ ਡਰੈਸਿਸ ਹੁੰਦੀਆਂ ਇਹਨਾਂ ਵਿੱਚ ਵੀ ਡ੍ਰਿਪਿੰਗ ਦੀ ਵਰਤੋਂ ਕਰਕੇ ਇਹਨਾਂ ਦੀਆਂ ਡਰੈਸਿਸ ਨੂੰ ਡਿਜ਼ਾਈਨ ਕੀਤਾ ਜਾਂਦਾ ਔਰ ਬੱਚੇ ਬੜੇ ਸ਼ੌਂਕ ਨਾਲ ਇਹ ਵਾਲੀਆਂ ਡਰੈਸਿਸ ਪਾਉਂਦੇ ਔਰ ਮਾਰਕੀਟ ਦੇ ਵਿੱਚ ਇਹਨਾਂ ਦੀ ਬਹੁਤ ਡਿਮਾਂਡ ਹੁੰਦੀ ਹੈ। ਇਹਦੀ ਸਭ ਤੋਂ ਅੱਛੀ ਐਗਜ਼ਾਮਪਲ ਮੈਂ ਤੁਹਾਨੂੰ ਦੇ ਰਹੀ ਹਾਂ, ਜਿਵੇਂ ਕਿ ਮਾਡਲਸ ਨੇ ਮਾਡਲਿੰਗ ਦੇ ਵਿੱਚ ਡਰੈਸਿਸ ਪਾਈਆਂ ਹੋਈਆਂ। ਇੱਕ ਮਾਡਲ ਦੀ ਡਰੈਸ ਦੀ ਤੁਸੀਂ ਬੈਕ ਸਾਈਡ ਦੇਖ ਲਿਓ, ਜਿਹਦੇ ਵਿੱਚ ਕਿ ਬੈਟ ਤੇ ਡਿਜ਼ਾਈਨਿੰਗ ਕੀਤੀ ਗਈ ਹੈ। ਇਹ ਡਿਜ਼ਾਈਨਿੰਗ ਡਰਾਫਟਿੰਗ ਦੇ ਨਾਲ ਨਹੀਂ ਅਸੀਂ ਕਰ ਸਕਦੇ। ਸਭ ਤੋਂ ਪਹਿਲਾਂ ਸਾਨੂੰ ਇਹ ਡਰੈਸ ਡਿਜ਼ਾਈਨ ਕਰਨ ਦੇ ਲਈ ਕੀ ਕਰਨਾ ਹੋਏਗਾ, ਡਰੈਸ ਫਾਰਮ ਦੇ ਉੱਤੇ ਸਾਨੂੰ ਡ੍ਰਿਪਿੰਗ ਦੀ ਹੈਲਪ ਦੇ ਨਾਲ ਇਹ ਇਫੈਕਟ ਕ੍ਰੀਏਟ ਕਰਨਾ ਪਏਗਾ। ਇਸੇ ਤਰ੍ਹਾਂ ਦੀ ਇੱਕ ਹੋਰ ਡਰੈਸ ਹੈ ਜਿੱਥੇ ਕਿ ਹਨੀ ਬੀ ਦਾ ਜਿਹੜਾ ਛੱਤਾ ਹੁੰਦਾ ਹੈ ਜਿਸ ਦੇ ਵਿੱਚ ਕਿ ਉਹ ਸ਼ਹਿਦ ਇਕੱਠਾ ਕਰਦੀਆਂ, ਉਸ ਚੀਜ਼ ਨੂੰ ਇਫੈਕਟ ਦੇ ਕੇ ਡਰੈਸ ਡਿਜ਼ਾਈਨ ਕੀਤੀ ਗਈ ਹੈ। ਇਹ ਵੀ ਬੈਕ ਸਾਈਡ ਤੇ ਕੀਤੀ ਗਈ ਹੈ। ਉੱਥੇ ਹਨੀ ਬੀ ਦਾ ਜਿਹੜਾ ਛੱਤਾ ਹੈ ਉਹਨੂੰ ਲੁੱਕ ਦੇ ਕੇ ਇੱਕ ਡਰੈਸ ਨੂੰ ਬੜੇ ਹੀ ਇੰਪ੍ਰੈਸਿਵ ਵੇ ਨਾਲ ਤਿਆਰ ਕੀਤਾ ਗਿਆ। ਤੇ ਲਾਸਟ ਵਿੱਚ ਹੈ ਇੱਕ ਬਰਡ ਹੈ, ਬਰਡ ਨੂੰ ਹੀ ਡਰੈਸ ਦੀ ਫਾਰਮ ਬਣਾ ਦਿੱਤਾ ਗਿਆ। ਬਰਡਸ ਦੀ ਲੁੱਕ ਲੈ ਕੇ ਡ੍ਰੇਪਿੰਗ ਇਫੈਕਟ ਦੇ ਨਾਲ ਉਹਦੀ ਇੱਕ ਡਰੈਸ ਤਿਆਰ ਕੀਤੀ ਗਈ ਹੈ,
जिसनों कि मॉडल ने पहनिया होया और ये देखने विच बहुत इफेक्टिव लग रही है। सो गल ये है कि जिस तरह मर्जी की ड्रैस असी फैशन डिजाइनिंग के फील्ड विच असी जदों भी तैयार करनी होवे तां वो ड्रिपिंग तो बिना बिल्कुल भी पॉसिबल नहीं है। तो हुण गल कर सकते हैं असी कंक्लूजन बारे। इन मॉडर्न डेज वुमेन प्रेफर टू वेयर ड्रेप स्टाइल गारमेंट्स। अजकल के मॉडर्न जमाने विच आधुनिक जमाने विच लेडीज है जिहड़ियां वो प्रेफर करदियां ड्रेप स्टाइल गारमेंट्स पहनन दे विच। फैशन ड्रिपिंग इज मोस्टली यूज्ड इन theatrical costumes, evening wear, stage wear and party wear garments are made with the fashion technocrates। फैशन ड्रिपिंग है जिहड़ी मोस्टली थिएटर ਦੇ ਜਿਹੜੇ ਕਾਸਟਿਊਮਸ ਹੈ ਜਾਂ ਮੂਵੀਜ਼ ਵਿੱਚ ਹਾਲੀਵੁੱਡ ਬਾਲੀਵੁੱਡ ਵਿੱਚ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਜਾਂ ਮਾਡਲਿੰਗ ਤੇ ਪ੍ਰੈਂਪਟਿਵ ਕੈਟਵਾਕ ਕਰਦੇ ਹੋਏ ਜਿਹੜੇ ਮਾਡਲਸ ਹੈ ਇਹਨਾਂ ਦੀ ਵਰਤੋਂ ਕਰਦੇ ਆ। ਇਸ ਤੋਂ ਬਿਨਾ ਈਵਨਿੰਗ ਵੇਅਰ ਸਟੇਜ ਵੇਅਰ ਸਟੇजेस ਦੇ ਉੱਤੇ ਕੰਮ ਕਰਦੇ ਹੋਏ ਜਿਹੜੇ ਸਾਡੇ ਆਰਟਿਸਟ ਹੈ ਪਾਰਟੀ ਵੇਅਰ ਗਾਰਮੈਂਟਸ ਹੈ ਉਹ ਜਿਹੜੇ ਫੈਸ਼ਨ ਟੈਕਨੋਕ੍ਰੇਟਸ ਹੈ ਉਹ ਡ੍ਰਿਪਿੰਗ ਦੀ ਵਰਤੋਂ ਕਰਦੇ ਹੋਏ ਉਹਨਾਂ ਨੂੰ ਤਿਆਰ ਕਰਦੇ ਆ। Draping normally requires little bit of extra time, but with continuous practice, this will become easier and more people can be satisfied with the accurate draped dresses in less time। Draping normally ਇਹਦੇ ਵਾਸਤੇ ਸਾਨੂੰ ਕੀ ਚਾਹੀਦਾ ਹੁੰਦਾ ਥੋੜਾ ਜਿਹਾ ਐਕਸਟਰਾ ਟਾਈਮ ਚਾਹੀਦਾ ਹੁੰਦਾ ਬਟ ਇਹਦੀ ਕੰਟੀਨਿਊ ਪ੍ਰੈਕਟਿਸ ਦੇ ਨਾਲ ਕੋਈ ਵੀ ਪਰਸਨ ਕੋਈ ਵੀ ਸਟੂਡੈਂਟ ਕੋਈ ਵੀ ਡਿਜ਼ਾਈਨਰ ਇਹਦੇ ਨਾਲ ਜਿਹੜੀਆਂ ਡਰੈਸਿਸ ਹੈ ਉਹਨੂੰ ਆਸਾਨੀ ਨਾਲ ਤਿਆਰ ਕਰ ਸਕਦਾ ਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਇਹਦੇ ਨਾਲ ਸੈਟੀਸਫਾਈ ਹੋ ਕੇ ਉਹ ਡਰੈਸਿਸ ਨੂੰ ਯੂਜ਼ ਕਰ ਸਕਦੇ ਆ ਔਰ ਅੱਜ ਕੱਲ ਦੇ ਜਿਹੜਾ ਜ਼ਮਾਨਾ ਸਾਡਾ ਫੈਸ਼ਨ ਦਾ ਯੁੱਗ ਹੈ ਉਹਦੇ ਵਿੱਚ ਆਪਣੇ ਆਪ ਨੂੰ ਕਦਮ ਦੇ ਨਾਲ ਕਦਮ ਮਿਲਾ ਕੇ ਚੱਲ ਸਕਦੇ ਆ। ਤਾਂ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰਾ ਇਹ ਟੌਪਿਕ ਸਮਝ ਆਇਆ ਹੋਵੇਗਾ। ਹੁਣ ਮੈਂ ਤੁਹਾਡਾ ਸਾਰਿਆਂ ਦਾ ਥੈਂਕਸ ਕਰਦੀ ਹਾਂ ਕਿ ਤੁਸੀਂ ਆਪਣਾ ਟਾਈਮ ਦੇ ਕੇ ਅੱਜ ਰੱਖੜੀ ਦੇ ਦਿਨ ਵਿੱਚ ਵੀ ਤੁਸੀਂ ਟਾਈਮ ਦੇ ਕੇ ਮੇਰਾ ਲੈਕਚਰ ਸੁਣਿਆ। ਤਾਂ ਲੈਕਚਰ ਐਂਡ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਪੰਜਾਬ ਸਰਕਾਰ ਦੇ ਚਲਾਏ ਹੋਏ ਮਿਸ਼ਨ ਫਤਿਹ ਬਾਰੇ ਜ਼ਰੂਰ ਰਿਕਵੈਸਟ ਕਰਨਾ ਚਾਹਾਂਗੀ ਕਿ ਜਿਹੜੀ ਸਾਡੀ ਇਸ ਸਮੇਂ ਪੂਰੇ ਵਰਲਡ ਵਿੱਚ ਮਹਾਮਾਰੀ ਫੈਲੀ ਹੋਈ ਹੈ ਉਸ ਮਹਾਮਾਰੀ ਤੋਂ ਬਚਣ ਲਈ ਅਸੀਂ ਮਿਸ਼ਨ ਫਤਿਹ ਵਿੱਚ ਆਪਣਾ ਕੀ ਯੋਗਦਾਨ ਪਾ ਸਕਦੇ ਹਾਂ। ਸਭ ਤੋਂ ਪਹਿਲਾਂ ਸਾਨੂੰ ਪ੍ਰੋਟੋਕਾਲ ਤੇ ਨਿਯਮਾਂ ਦੀ ਜਿਹੜੀ ਪਾਲਣਾ ਕਰਨੀ ਹੋਵੇਗੀ। ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਕੀ ਕਰ ਸਕਦੇ ਹਾਂ ਸਾਨੂੰ ਲਗਾਤਾਰ 15-20 ਮਿੰਟ ਬਾਅਦ ਆਪਣੇ ਹੱਥ ਧੋਂਦੇ ਰਹਿਣਾ ਚਾਹੀਦਾ ਔਰ ਸਾਨੂੰ ਬਾਹਰ ਜਾਂਦੇ ਹੋਏ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕਰਦਾ ਰਹਿਣਾ ਚਾਹੀਦਾ ਕਿਸੇ ਵੀ ਚੀਜ਼ ਨੂੰ ਟੱਚ ਕਰਦੇ ਹੋਏ। ਬਾਹਰ ਨਿਕਲਣ ਤੋਂ ਪਹਿਲਾਂ ਸਾਡੇ ਕੋਲ ਮਾਸਕ ਜ਼ਰੂਰ ਹੋਣਾ ਚਾਹੀਦਾ ਹੈ ਜਿਸ ਨਾਲ ਕਿ ਸਾਡਾ ਨੱਕ ਤੇ ਮੂੰਹ ਪ੍ਰੋਪਰ ਢੱਕਿਆ ਰਹੇ ਤਾਂ ਜੋ ਅਸੀਂ ਵਾਇਰਸ ਦੇ ਅਟੈਕ ਤੋਂ ਬਚੇ ਰਹੀਏ। ਸਾਨੂੰ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਵੀ ਹਰ ਹਾਲਤ ਵਿੱਚ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਇਸ ਜਿਹੜੀ ਬਿਮਾਰੀ ਤੋਂ ਆਪਣੇ ਆਪ ਨੂੰ ਬਚਾ ਸਕੀਏ ਔਰ ਸਾਨੂੰ ਇੱਕ ਦੂਜੇ ਨਾਲ ਮਿਲਦੇ ਹੋਏ ਇੱਕ ਦੂਜੇ ਨਾਲ ਹੱਥ ਮਿਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਔਰ ਸਾਨੂੰ ਘੱਟੋ ਘੱਟ 2 ਗਜ਼ ਦੀ ਦੂਰੀ ਤੇ ਆਪਣੇ ਆਪ ਨੂੰ ਰੱਖਣਾ ਚਾਹੀਦਾ ਕਿਸੇ ਵੀ ਵਿਅਕਤੀ ਕੋਲੋਂ ਔਰ ਸਾਨੂੰ ਖਾਂਸੀ ਬੁਖਾਰ ਸਾਹ ਲੈਣ ਦੀ ਤਕਲੀਫ ਹੋਣ ਤੇ ਸਾਨੂੰ ਜਿਹੜੀ ਸਰਕਾਰੀ ਹੈਲਪ ਹੈ ਉਹਦੇ ਲਈ 104 ਨੰਬਰ ਡਾਇਲ ਕਰਕੇ ਸਰਕਾਰੀ ਹੈਲਪ ਲੈਣ ਲਈ ਸਾਨੂੰ ਇਹ ਨੰਬਰ ਡਾਇਲ ਕਰਨਾ ਚਾਹੀਦਾ ਤਾਂ ਹੀ ਅਸੀਂ ਇੱਕ ਵਧੀਆ ਨਾਗਰਿਕ ਹੋਣ ਦਾ ਸਬੂਤ ਦੇ ਕੇ ਅਸੀਂ ਆਪਣੇ ਆਪ ਨੂੰ ਆਪਣੀ ਫੈਮਿਲੀ ਨੂੰ ਤੇ ਆਪਣੀ ਸੁਸਾਇਟੀ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਬਚਾ ਸਕਦੇ ਹਾਂ। ਤਾਂ ਸਾਰਿਆਂ ਦਾ ਮੈਂ ਥੈਂਕਸ ਕਰਦੀ ਹਾਂ। ਹੁਣ ਮੈਂ ਰਿਕਵੈਸਟ ਕਰ ਰਹੀ ਹਾਂ ਕਿ ਅਗਰ ਕਿਸੇ ਦੀ ਕੋਈ ਕੁਐਰੀ ਹੈ ਤਾਂ ਉਹ ਪਲੀਜ਼ ਮੈਨੂੰ ਆਪਣੇ ਆਪ ਨੂੰ ਅਨਮਿਊਟ ਕਰਕੇ ਪੁੱਛ ਸਕਦਾ ਹੈ। ਥੈਂਕ ਯੂ ਆਲ। ਹੈਲੋ ਮਨਿੰਦਰ ਮੈਮ। ਹਾਂਜੀ ਮੈਮ। ਹੈਲੋ ਹੈਲੋ ਹਾਂਜੀ ਤੁਹਾਡਾ ਲੈਕਚਰ ਨਾ ਇੱਕ ਮੈਂ ਕਿਹਾ ਤੁਹਾਡਾ ਅੱਜ ਦਾ ਟੌਪਿਕ ਬੜਾ ਅਲੱਗ ਟੌਪਿਕ ਸੀਗਾ ਔਰ ਬੜਾ ਹੀ ਵਧੀਆ ਸੀਗਾ। ਇਹਦੇ ਵਿੱਚ ਜਿਹੜੇ ਬੱਚੇ ਅੱਛੇ ਡਰੈਸ ਡਿਜ਼ਾਈਨਰ ਬਣਨਾ ਚਾਹੁੰਦੇ ਆ ਉਹਨਾਂ ਲਈ ਬਹੁਤ ਵਧੀਆ ਹੈ ਕਿਉਂਕਿ ਜੋ ਬੁਟੀਕ ਵਗੈਰਾ ਕਰਦੇ ਨੇ ਜਾਂ ਆਪਾਂ ਸੈਲੀਬ੍ਰਿਟੀਜ਼ ਦੀਆਂ ਡਰੈਸਿਸ ਬਣਾਉਂਦੇ ਆ ਜਾਂ ਕਿਸੇ ਪਾਰਟੀ ਦੀਆਂ ਡਰੈਸਿਸ ਬਣਾਉਂਦੇ ਆ ਉੱਥੇ ਵੀ ਟੌਪਿਕ ਬਹੁਤ ਹੀ ਫਰੂਟਫੁਲ ਨੇ ਇਹ ਚੀਜ਼। ਹਾਂਜੀ ਥੈਂਕ ਯੂ ਮੈਮ। ਥੈਂਕ ਯੂ ਸੋ ਮਚ। ਲੈਕਚਰ ਸੀ ਤੁਹਾਡਾ ਮਾਈਂਡ ਬਲੋਇੰਗ। ਥੈਂਕ ਯੂ ਸੋ ਮਚ ਮੈਮ। ਤੁਸੀਂ ਮੋਟੀਵੇਟ ਕਰਦੇ ਹੋ ਤਾਂ ਹੀ ਅਸੀਂ ਅੱਗੇ ਵਾਸਤੇ ਨਵੇਂ ਟੌਪਿਕਸ ਲੈ ਕੇ ਆਉਂਦੇ ਹਾਂ। ਉਮੀਦ ਕਰਦੀ ਹਾਂ ਕਿ ਸਟੂਡੈਂਟਸ ਨੂੰ ਮੇਰੇ ਡ੍ਰੇਪਿੰਗ ਦਾ ਜਿਹੜਾ ਟੌਪਿਕ ਹੈ ਉਹ ਅੱਛੀ ਤਰ੍ਹਾਂ ਸਮਝ ਆਇਆ ਹੋਏਗਾ। ਹੈਲੋ ਥੈਂਕ ਯੂ ਸੋ ਮਚ। ਹੈਲੋ ਹਾਂਜੀ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਹੁਤ ਵਧੀਆ ਸੀ ਮੈਮ, ਬਹੁਤ ਵਧੀਆ। ਥੈਂਕ ਯੂ ਮੈਮ। ਮੈਂ ਥੈਂਕ ਬੱਚਿਆਂ ਯੂ ਨੂੰ ਵੀ ਜੀ। ਰਿਕਵੈਸਟ ਕਰਦੀ ਹਾਂ ਕਿ ਬੱਚੇ ਜਿੰਨੇ ਵੀ ਨਾਲ ਜੁੜਦੇ ਆ ਤੁਹਾਡੇ ਨਾਲ, ਉਹ ਆਪਣੀ ਆਪਣੀ ਹਾਂਜੀ ITI ਦਾ ਨਾਮ ਜ਼ਰੂਰ ਲਿਖਣ। ਆਪਦਾ ਨਾਂ ਤਾਂ ਹੁੰਦਾ ਹੀ ਆ, ਆਪਣਾ ITI ਦਾ ਨਾਂ ਜ਼ਰੂਰ ਲਿਖਣ ਕਿ ਕਿੱਥੋਂ ਹਾਂਜੀ ਬੱਚੇ ਨੇ, ਕਿੰਨੇ ਬੱਚੇ ਨੇ। ਠੀਕ ਹੈ ਜੀ। ਹਾਂਜੀ, ਉਹਦੇ ਨਾਲ ਇਸ ਸਾਡੇ ਕੋਲ ਤਰ੍ਹਾਂ ਪ੍ਰੋਪਰ ਅਟੈਂਡੈਂਸ ਆ ਜਾਇਆ ਕਰੇਗੀ। ਹਾਂਜੀ ਹਾਂਜੀ, ਇਸ ਤਰ੍ਹਾਂ ਮੈਂ ਸਾਰੇ ਬੱਚਿਆਂ ਨੂੰ, ਮੈਂ ਖਾਸ ਕਰਕੇ ਮੁਕਤਸਰ ਦੇ ਬੱਚਿਆਂ ਨੂੰ ਇਹ ਆਵਾਜ਼ ਦੇ ਰਹੀ ਹਾਂ ਕਿ ਜਿੰਨੇ ਵੀ ਬੱਚੇ ਜੁੜੇ ਹੋਏ ਆ ਉਹ ਆਪਣੀ ਆਪਣੀ ITI ਦਾ ਜਾਂ ਸਿੱਧਾ ਮੁਕਤਸਰ ਹੀ ਪਾ ਦੇਣ, ਇੰਨਾ ਹੀ ਬੜਾ ਹੈਗਾ। ਨਾਂ ਲਿਖ ਹਾਂਜੀ ਹਾਂਜੀ, ਨਾਂ ਬਹੁਤ ਵਧੀਆ ਸੁਜੈਸ਼ਨ ਹੈ ਮੈਮ ਤੁਹਾਡੀ, ਥੈਂਕ ਯੂ ਸੋ ਮਚ। ਕਿਉਂਕਿ ਬੱਚਿਆਂ ਦੇ ਆਪਾਂ ਨੂੰ ਵੀ ਪਤਾ ਲੱਗ ਸਕੇ ਵੀ ਬੱਚੇ ਘਰ ਬੈਠੇ ਸੁਣਦੇ ਵੀ ਕਿ ਨਹੀਂ ਸੁਣਦੇ। ਠੀਕ ਹੈ। ਹਾਂਜੀ ਹਾਂਜੀ, ਬਿਲਕੁਲ ਹਾਂ, ਜੀ। ਬਹੁਤ ਵਧੀਆ ਮੈਡਮ, ਬਹੁਤ ਵਧੀਆ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ। ਗੁੱਡ ਮਾਰਨਿੰਗ ਮਨਿੰਦਰ ਮੈਮ। ਗੁੱਡ ਮਾਰਨਿੰਗ ਜੀ, ਵੈਰੀ ਗੁੱਡ ਮਾਰਨਿੰਗ। ਸਾਰਿਆਂ ਨੂੰ ਹੈਪੀ ਰਾਖੀ ਮੇਰੇ ਵੱਲੋਂ। ਥੈਂਕ ਯੂ, ਸੇਮ ਟੂ ਯੂ। ਮੈਂ ਐਗਰੀ ਕਰਦੀ ਹਾਂ ਉਪਾਸਨਾ ਮੈਮ ਦੀ ਗੱਲ ਨਾਲ, ਬਹੁਤ ਵਧੀਆ ਲੈਕਚਰ ਸੀਗਾ। ਔਰ ਅੱਜ ਕੱਲ ਦੇ ਜਿਹੜੇ ਜਿੰਨੇ ਵੀ ਬੱਚੇ ਅਗਰ ਬੈਸਟ ਫੈਸ਼ਨ ਡਿਜ਼ਾਈਨਰ ਬਣਨਾ ਚਾਹੁੰਦੇ ਆ ਤਾਂ ਗੱਲਾਂ ਨੂੰ ਫੋਲੋ ਕਰਨ, ਬਹੁਤ ਅੱਛੇ ਤਰੀਕੇ ਦੇ ਨਾਲ ਉਹ ਸਕਸੈਸਫੁਲ ਹੋ ਸਕਦੇ ਆ। ਬਹੁਤ ਅੱਛਾ ਲੈਕਚਰ ਸੀ ਜੀ। ਰਾਖੀ ਨੂੰ ਥੈਂਕ 4 ਯੂ। ਹੋਰ ਤੁਸੀਂ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ। ਬਸ ਤੁਸੀਂ ਇਸੇ ਤਰ੍ਹਾਂ ਮੋਟੀਵੇਟ ਕਰਦੇ ਰਹੋ। ਤੁਹਾਡਾ ਥੈਂਕ ਯੂ ਬਹੁਤ, ਤੁਹਾਡੀ ਮੋਟੀਵੇਸ਼ਨ ਦੇ ਨਾਲ ਹੀ ਅਸੀਂ ਇਹ ਸਭ ਕੁਝ ਕਰ ਸਕਦੇ ਹਾਂ, ਉਹਦੇ ਨਾਲ ਹੀ ਪੋਸੀਬਲ ਹੁੰਦਾ ਹੈ। ਥੈਂਕ ਯੂ ਸੋ ਮਚ। ਹੈਲੋ ਹੈਲੋ, ਮਨਿੰਦਰ ਮੈਮ। ਹਾਂਜੀ ਹੈਲੋ। ਹਾਂਜੀ ਮੈਮ, ਰਵਨੀਤ ਮੈਮ ਬੋਲ ਰਹੀ ਹਾਂ। ਹਾਂਜੀ, ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ ਮੈਮ, ਤੁਹਾਡਾ ਲੈਕਚਰ ਬਹੁਤ ਅੱਛਾ ਸੀ। ਈਵਨ ਥੈਂਕ ਮੈਂ, ਮੇਰੇ ਬੇਟੇ ਨੇ ਥੋੜਾ ਜਿਹਾ ਤੰਗ ਕੀਤਾ ਸੀ, ਥੋੜਾ ਜਿਹਾ ਮੇਰੇ ਤੋਂ ਲਿੰਕ ਇੱਕ ਵਾਰ ਮਿਸ ਹੋ ਗਿਆ, ਲੇਕਿਨ ਮੈਂ ਦੁਬਾਰਾ ਜੁਆਇਨ ਕੀਤਾ। ਬਹੁਤ ਹੀ ਅੱਛਾ ਹਾਂਜੀ, ਲੈਕਚਰ ਸੀ। ਥੈਂਕ ਯੂ ਸੋ ਮਚ, ਥੈਂਕ ਯੂ। ਥੈਂਕ ਯੂ ਮੈਮ। ਥੈਂਕ ਯੂ ਜੀ। ਹਾਂਜੀ, ਕਿਸੇ ਹੋਰ ਦੀ ਕੁਐਰੀ ਹੈ ਕਿਸੇ ਸਟੂਡੈਂਟ ਦੀ? ਟਾਈਮ ਹੋ ਗਿਆ ਜੀ। ਅੱਛਾ ਚਲੋ ਸਰ, ਕੋਈ ਗੱਲ ਨਹੀਂ, ਅਸੀਂ ਵਾਈਂਡ ਅਪ ਕਰਦੇ ਹਾਂ। ਆਈ ਥਿੰਕ ਕਿਸੇ ਦੀ ਕੋਈ ਕੁਐਰੀ ਨਹੀਂ ਹੈ। ਸੋ ਮੈਂ ਐਂਡ ਵਿੱਚ ਦੁਬਾਰਾ ਸਾਰਿਆਂ ਦਾ ਥੈਂਕਸ ਕਰਨਾ ਚਾਹੁੰਦੀ ਹਾਂ, ਡਿਪਾਰਟਮੈਂਟ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਪੰਜਾਬ ਵੱਲੋਂ, ਔਰ ਸਾਰੇ ਪਾਰਟਿਸਿਪੈਂਟਸ ਦਾ ਜਿਨ੍ਹਾਂ ਨੇ ਅੱਜ ਤਿਉਹਾਰ ਦੇ ਹੁੰਦੇ ਹੋਏ ਵੀ ਮੇਰਾ ਲੈਕਚਰ ਸੁਣਿਆ। ਥੈਂਕ ਯੂ ਸੋ ਮਚ। ਥੈਂਕ ਯੂ ਹਰਪ੍ਰੀਤ ਸਰ, ਥੈਂਕ ਯੂ ਸੋ ਮਚ। ਥੈਂਕ ਯੂ ਮੈਮ।